ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗੁਰਭਾਸ ਨ ਭਰਿਆ ਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ। ਵਾਹਿਗੁਰੂ ਜੀ। ਮੈਣ ਕੇ ਦੰਤ ਕਿਉ ਖਾਈਐ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ। ਹਿਵੈ ਕਾ ਘਰ ਮੰਦਰ ਅਗਨ ਪਿਰਾਹਨ, ਕਵਨ ਗੁਫਾ ਜਿਤ ਰਹੈ ਅਵਾਹਨ। ਇਤ ਉਤ ਕਿਸ ਕਉ ਜਾਣ ਸਮਾਵੈ, ਕਵਨ ਧਿਆਨ ਮਨ ਮਨਹਿ ਸਮਾਵੈ। ਮੈਣ ਕੇ ਦੰਤ ਕਿਉ ਖਾਈਐ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। 943 ਅੰਗ 'ਤੇ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 45ਵਾਂ ਉਪਦੇਸ਼ ਪੌੜੀ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਗੁਰੂ ਸਾਹਿਬ ਜੀ ਨੇ। ਸਿੱਧਾਂ ਨੇ ਪ੍ਰਸ਼ਨ ਕੀਤੇ ਨੇ ਜਿਹੜੇ ਉਹਨਾਂ ਦੇ ਜਵਾਬ ਦੇ ਰਹੇ ਨੇ। ਹੁਣ ਪ੍ਰਸ਼ਨ ਹੈ ਅੱਗੇ, ਮੈਣ ਕੇ ਦੰਤ ਕਿਉਂ ਖਾਈਐ ਸਾਰ। ਮੈਣ ਕਹਿੰਦੇ ਹਨ ਮੋਮ ਨੂੰ। ਮੋਮ ਦੇ ਦੰਦਾਂ ਨਾਲ ਸਾਰ ਹੁੰਦਾ ਲੋਹਾ। ਲੋਹਾ ਕਿਵੇਂ ਖਾਧਾ ਜਾਵੇ? ਇਹ ਬੜਾ ਗੁੰਝਲਦਾਰ ਪ੍ਰਸ਼ਨ ਹੈ। ਇਹਦੇ 'ਚ ਦੇਖਣਾ ਚਾਹੁੰਦੇ ਨੇ ਸਤਿਗੁਰੂ ਮਹਾਰਾਜ ਇਸ ਡੂੰਘਾਈ ਵਾਲੇ ਭਾਵ ਨੂੰ ਪਕੜ ਕੇ ਫਿਰ ਉਹਦਾ ਜਵਾਬ ਦਿੰਦੇ ਹਨ ਕਿ ਨਹੀਂ। ਜਿਤ ਗਰਭ ਜਾਏ ਸੋ ਕਵਣ ਆਹਾਰ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੂਸਰਾ ਪ੍ਰਸ਼ਨ ਜਿਹੜਾ ਕੀਤਾ ਇਹਦੇ 'ਚ ਖਾਸ ਹੈ ਆੜੇ ਨੂੰ ਕੰਨਾ ਜਿਹੜਾ ਆ। ਨਹੀਂ ਤਾਂ ਕਹਿਣ ਵਾਲੇ ਪਾਠੀ ਕਹਿ ਸਕਦੇ ਜਿਤ ਗਰਭ ਜਾਏ ਸੋ ਕਵਣ ਆਹਾਰ। ਨਹੀਂ, ਜਿਤ ਗਰਭ ਜਾਏ ਸੋ ਕਵਣ ਆਹਾਰ। ਆਹਾਰ ਕਿਉਂਕਿ ਇਹ ਜਿਹੜਾ ਮੈਣ ਕੇ ਦੰਤ ਦੇ ਨਾਲ ਸਾਰ ਰੂਪ ਲੋਹਾ ਖਾਣਾ ਅਸਲ ਵਿੱਚ ਚੀਜ਼ ਕੀ ਹੈ? ਜੀਵ ਆਤਮਾ ਮੋਮ ਵਾਂਗ ਨਰਮ ਬਹੁਤ ਹੀ ਕੋਮਲ ਹੈ। ਜਦੋਂ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਲੋਹੇ ਵਾਂਗ ਕਰੜੇ ਨੇ। ਇਸ ਨੂੰ ਮੋਮ ਦੇ ਦੰਦ ਕਿਵੇਂ ਚੱਬਣ? ਕੋਮਲ ਆਤਮਾ ਇਹਨਾਂ ਨੂੰ ਕਿਵੇਂ ਹਜਮ ਕਰ ਸਕਦੀ ਹੈ? ਇਹ ਭਾਵ ਹੈ ਇਹਦਾ। ਹੁਣ ਸਾਰਿਆਂ ਨਾਲੋਂ ਕਰੜੀ ਚੀਜ਼ ਗਰਭ ਤੋਂ ਭਾਵ ਹੰਕਾਰ। ਇਹ ਗੱਗਾ ਰਾਰਾ ਬੱਬਾ ਬੱਬੇ ਔਂਕੜ ਗਰਭ। ਇੱਕ ਗੱਗਾ ਰਾਰਾ ਪੱਬਾ ਹੁੰਦਾ ਗਰਭ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਸ਼ੁਰੂ ਦੇ ਵਿੱਚ ਹੀ ਸ੍ਰੀ ਸੁਖਮਨੀ ਸਾਹਿਬ ਦੇ ਉਚਾਰਨ ਕੀਤਾ, ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਸੋ ਇਸੇ ਤਰ੍ਹਾਂ ਹੀ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਇੱਕ ਹੋਰ ਪਾਠ ਆਪਾਂ ਸਲੋਕ ਦੇ ਰੂਪ ਵਿੱਚ ਹਰ ਰੋਜ਼ ਪੜ੍ਹਦੇ ਹਾਂ। ਉੱਥੇ ਭੁਲੇਖਾ ਲੱਗ ਜਾਂਦਾ, ਕਾਫੀ ਵੱਡੇ ਵੱਡੇ ਪ੍ਰੇਮੀ ਜਨਾਂ ਨੂੰ ਵੀ ਲੱਗ ਜਾਂਦਾ ਹੈ, ਜਿੱਥੇ ਬਚਨ ਆਉਂਦਾ ਹੈ ਕਿ ਵੱਡੇ ਵੱਡੇ ਅਹੰਕਾਰੀਆਂ ਨਾਨਕ ਗੱਗਾ ਰਾਰਾ ਬੱਬਾ ਗਰਭ ਗਲੇ। ਗਰਭ ਕਹਿੰਦੇ ਨੇ ਹੰਕਾਰ ਨੂੰ, ਵੀ ਵੱਡੇ ਵੱਡੇ ਹੰਕਾਰੀ ਹੰਕਾਰ ਵਿੱਚ ਹੀ ਗਲ ਗਏ। ਉੱਥੇ ਪੱਬਾ ਨਹੀਂ ਹੈ। ਬਹੁਤ ਸਾਰੇ ਲੋਕ ਬੜੇ ਪਿਆਰ ਨਾਲ ਅੱਖਾਂ ਬੰਦ ਕੀਤੀਆਂ ਹੁੰਦੀਆਂ, ਨਾਨਕ ਗਰਭ ਗੱਲੇ ਪੱਬਾ ਲਾ ਕੇ ਬੋਲਦੇ ਨੇ।
ਪਹਿਲਾਂ ਦੇਖਣਾ ਚਾਹੀਦਾ ਅੱਖਰ, ਬੋਲਣ ਤੋਂ ਪਹਿਲਾਂ ਅੱਖਰ ਨੂੰ ਦੇਖੋ ਕੀ ਲਿਖਿਆ ਹੋਇਆ, ਫਿਰ ਬੋਲੋ। ਸਤਿਗੁਰੂ ਕਹਿੰਦੇ ਜਿਤ ਗਰਭ ਜਾਏ ਸੋ ਕਵਣ ਆਹਾਰ। ਉਹ ਭੋਜਨ ਕਿਹੜਾ ਹੈ ਜਿਸ ਦੇ ਖਾਣ ਨਾਲ ਅਹੰਕਾਰ ਅੰਦਰੋਂ ਮਨ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਵੇ। ਹਿਵੈ ਕਾ ਘਰ ਮੰਦਰ ਅਗਨ ਪਿਰਾਹਨ। ਫਰਮਾਉਂਦੇ ਨੇ ਜੇ ਬਰਫ਼ ਦਾ ਘਰ ਹੋਵੇ, ਹਿਵੈ ਨਾਮ ਬਰਫ਼ ਦਾ ਹੈ, ਹਿਵੈ ਹਿਮਾਲਿਆ ਉਹਨਾਂ ਅੱਖਰਾਂ ਤੋਂ ਬਣਦਾ, ਹਿਮ ਬਰਫ਼ ਦਾ ਆਲਿਆ ਘਰ ਹਿਮਾਲਿਆ। ਇਹ ਹਿਵ ਦਾ ਅਰਥ ਵੀ ਹੈ। ਇਹ ਹਿਵ ਅੱਖਰ ਗੁਰਬਾਣੀ ਅੰਦਰ ਹੋਰ ਥਾਂ ਵੀ ਵਰਤੇ ਨੇ ਕਈ ਜਗ੍ਹਾ 'ਤੇ। ਹੁਣ ਫਰਮਾਉਂਦੇ ਨੇ ਜੇ ਬਰਫ਼ ਦਾ ਘਰ ਹੋਵੇ ਅਤੇ ਅਗਨ ਪਿਰਾਹਨ, ਅੱਗ ਦਾ ਉਸ ਉੱਤੇ ਚੋਲਾ ਹੋਵੇ। ਕਵਨ ਗੁਫਾ ਜਿਤ ਰਹਿ ਆਵਾਹਨ। ਉਹ ਕਿਹੜੀ ਗੁਫਾ ਹੈ ਜਿਸ ਵਿੱਚ ਜੀਵ ਅਡੋਲ ਰਹਿ ਸਕਦਾ ਹੈ। ਭਾਵ ਜਿਹੜੀ ਕਾਮ ਕ੍ਰੋਧ ਦੀ ਅਗਨੀ ਵਿੱਚ ਸੜ ਰਿਹਾ ਜੀਵ ਕਿਵੇਂ ਹਿੱਲ ਰਹਿ ਸਕਦਾ ਹੈ। ਕਿਉਂਕਿ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਹ ਵਾਹਿਗੁਰੂ ਦਾ ਖੇਲ ਹੈ ਕਿ ਮਾਤਾ ਦੇ ਉਦਰ ਵਿੱਚ ਵੀ ਅਗਨੀ ਵਿੱਚ ਹੈ, ਬਾਹਰ ਸੰਸਾਰ ਵਿੱਚ ਵੀ ਅਗਨੀ ਹੈ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੂੰ ਪ੍ਰਸ਼ਨ ਕਰਦੇ ਨੇ, ਇਤ ਉਤ ਕਿਸ ਕੋ ਜਾਣ ਸਮਾਵੈ। ਇੱਥੇ ਉੱਥੇ ਹਰ ਥਾਂ 'ਤੇ ਕਿਸ ਨੂੰ ਹਾਜ਼ਰ ਨਾਜ਼ਰ ਸਮਝ ਕੇ ਜੀਵ ਉਸ ਵਿੱਚ ਲੀਨ ਹੋ ਸਕਦਾ ਹੈ। ਕਵਨ ਧਿਆਨ ਮਨ ਮਨ ਹੈ ਸਮਾਵੈ। ਉਹ ਕਿਹੜਾ ਧਿਆਨ ਹੈ ਜਿਸ ਕਰਕੇ ਮਨ ਜਿਹੜਾ ਹੈ ਉਹ ਮਨ ਦੇ ਵਿੱਚ ਸਮਾ ਜਾਵੇ। ਕਿਉਂਕਿ ਮਨ ਦੋ ਪਾਸੇ ਚੱਲ ਜਾਂਦਾ, ਦੋ ਰੂਪ ਬਣ ਜਾਂਦੇ। ਇੱਕ ਅਵੈੜਾ ਮਨ, ਭੈੜਾ ਜਿਹੜਾ ਮਨ ਹੈ, ਗੰਦਾ ਮਨ ਹੈ। ਇੱਕ ਸਵੱਛ ਸ਼ੁੱਧ ਅਤੇ ਸਾਫ਼ ਮਨ ਹੈ। ਸੋ ਕਹਿੰਦੇ ਨੇ ਕਿ ਇਹ ਅੰਦਰ ਹੀ ਅੰਦਰ ਜਿਵੇਂ ਕੱਚੇ ਥਾਂ ਦੇ ਉੱਤੇ ਹਵਾ ਦੇ ਨਾਲ ਧੂੜ ਉੱਡ ਪੈਂਦੀ ਹੈ ਅਤੇ ਉਹ ਧੂੜ ਮਿੱਟੀ ਵਿੱਚੋਂ ਹੀ ਹਵਾ ਦੀ ਉਪਾਧੀ ਕਰਕੇ ਉੱਡੀ ਹੈ। ਜੇ ਬਰਸਾਤ ਹੋ ਜਾਵੇ ਤਾਂ ਉਹੀ ਘੱਟਾ ਮਿੱਟੀ ਉਸੇ ਮਿੱਟੀ 'ਚ ਵਾਪਸ ਸਮਾ ਜਾਂਦੇ ਆ। ਇਹ ਸਾਡੇ ਮਨਾਂ ਦੇ ਵਿੱਚ ਭਗਤੀ ਨਾ ਹੋਣ ਕਰਕੇ, ਖੁਸ਼ਕੀ ਕਰਕੇ ਕਈ ਤਰ੍ਹਾਂ ਦੇ ਸੰਕਲਪ ਵਿਕਲਪ ਭੈੜੇ ਵਿਕਾਰ ਉੱਠਦੇ ਰਹੇ। ਜੇ ਸਤਿਗੁਰੂ ਮਹਾਰਾਜ ਦੇ ਕੀਰਤਨ ਦੀ, ਕਥਾ ਦੀ, ਗੁਰਬਾਣੀ ਦੀ ਵਰਖਾ ਹੋਵੇ, ਉਪਦੇਸ਼ ਰੂਪ ਵਰਖਾ ਹੋਵੇ ਤਾਂ ਮਨ ਠੰਡਾ ਠਾਰ ਰਹਿੰਦਾ। ਆਂਧੀ ਪਾਛੈ ਜੋ ਜਲ ਵਰਖੈ ਤਿਹ ਤੇਰਾ ਜਨ ਭੀਨਾ। ਮਹਾਰਾਜ ਜੀ ਕਹਿੰਦੇ ਨੇ ਹੁਣ ਇਹ ਮਨ ਦੇ ਵਿੱਚ ਮਨ ਦਾ ਸਮਾਉਣਾ, ਮਨ ਵਿੱਚੋਂ ਹੀ ਮਨ ਨਿਕਲਦਾ। ਜਿਵੇਂ ਸਮੁੰਦਰ ਦੇ ਵਿੱਚੋਂ ਬਹੁਤ ਧੁੱਪ ਪੈਣ ਕਰਕੇ ਭਾਫ ਬਣ ਕੇ ਪਾਣੀ ਉੱਡ ਕੇ, ਉਹ ਵੀ ਉਹਦਾ ਹੀ ਰੂਪ ਹੈ। ਪਾਣੀ ਹੈ ਤਾਂ ਉਹਦਾ ਬਾਸ਼ਪੀਕਰਨ ਹੋਇਆ ਨਾ, ਨਹੀਂ ਜੇ ਪਾਣੀ ਨਾ ਹੁੰਦਾ ਤਾਂ ਉਹਦੇ ਵਿੱਚੋਂ ਭਾਫ ਕਿਵੇਂ ਨਿਕਲ ਸਕਦੀ। ਪਾਣੀ ਹੋਣ ਕਰਕੇ ਹੀ ਭਾਫ ਹੈ, ਮਨ ਹੋਣ ਕਰਕੇ ਹੀ ਅਮਨ ਹੈ, ਮਨ ਹੋਣ ਕਰਕੇ ਹੀ ਵਿੱਚੋਂ ਭੈੜੇ ਖਿਆਲ ਉੱਠਦੇ ਨੇ। ਪਰ ਟਿਕਾਉਣ ਲਈ ਸ਼ਾਂਤੀ ਦੀ ਲੋੜ ਹੈ, ਗੁਰਬਾਣੀ ਦੀ ਲੋੜ ਹੈ। ਜਵਾਬ ਸਤਿਗੁਰੂ ਮਹਾਰਾਜ ਦਿੰਦੇ ਨੇ, ਹਉ ਹਉ ਮੈਂ ਵਿੱਚਹੁ ਖੋਵੈ। ਜਿਹੜਾ ਮਨੁੱਖ ਮੈਂ ਮੇਰੀ ਆਪਣੇ ਅੰਦਰੋਂ ਨਾਸ ਕਰ ਦਿੰਦਾ ਹੈ ਨਾ, ਇੱਕ ਮੈਂ ਇੱਕ ਇਹ ਮੇਰੀ ਹੈ, ਇਹ ਮੇਰੀ ਹੈ, ਦੂਜਾ ਮੇਟਾ ਏਕੋ ਹੋਵੈ। ਮਹਾਰਾਜ ਕਹਿੰਦੇ ਨੇ ਉਹ ਦਵੈਤ ਵਿੱਚ ਜਿਹੜਾ ਨਾ ਫਿਰ ਵਿਰੋਧ ਮਿਟਾ ਦਿੰਦਾ, ਵੈਰ ਅਤੇ ਵਿਰੋਧ ਇਹ ਚੀਜ਼ਾਂ ਨੂੰ ਅੰਦਰੋਂ ਵਿੱਚੋਂ ਖਤਮ ਕਰਨ ਦਾ ਮਨ ਦੇ। ਸਭ ਨਾਲ ਇੱਕੋ ਜਿਹਾ ਵਰਤਾਵਾ ਵਰਤਦਾ ਹੈ ਮਨੁੱਖ ਦਾ, ਇੱਕੋ ਜਿਹਾ ਵਰਤਾਓ ਹਰੇਕ ਨਾਲ ਕਰਨਾ। ਕਿਉਂਕਿ ਮੈਂ ਵਿੱਚੋਂ ਖਤਮ ਕਰਨੀ, ਮੈਂ ਅਤੇ ਮੇਰੀ ਅਤੇ ਦੁਵੈਸ਼ ਭਾਵ ਮੇਟ ਕੇ ਸਭ ਨੂੰ ਇੱਕੋ ਜਾਣਨਾ। ਪਹਿਲਾਂ ਦੂਜੇ ਨੂੰ ਪਾਣੀ ਪਿਆਓ, ਦੂਜੇ ਨੂੰ ਪਹਿਲਾਂ ਰੋਟੀ ਖਵਾਓ, ਪਹਿਲਾਂ ਦੂਜੇ ਦਾ ਸੁੱਖ ਸੋਚੋ। ਕਿਉਂਕਿ ਇਹ ਕੁਦਰਤੀ ਹੋਈ ਗੱਲ ਹੋ ਜਾਣੀ। ਜਿਵੇਂ ਆਪਾਂ ਇੱਕ ਬੰਦਾ ਸਾਨੂੰ ਚਾਹੁੰਦਾ ਕਿ ਮੈਂ ਇਹਨੂੰ ਸੁੱਖ ਦੇਵਾਂ ਅਤੇ ਅਸੀਂ ਵੀ ਚਾਹੁੰਦੇ ਕਿ ਮੈਂ ਇਹਨੂੰ ਸੁੱਖ ਦੇਵਾਂ, ਫਿਰ ਇਹ ਡਬਲ ਸੁੱਖ ਹੋ ਗਿਆ। ਦੋਨੋਂ ਇੱਕ ਦੂਜੇ ਨੂੰ ਸੁੱਖ ਦੇਣਾ ਚਾਹੁੰਦੇ ਅਤੇ ਜ਼ਿੰਦਗੀ ਸੁਖੀ ਹੋ ਜਾਂਦੀ। ਇੱਕ ਕਹਿੰਦਾ ਮੈਂ ਇਹਨੂੰ ਦੁੱਖ ਦੇਣਾ, ਉਹ ਵੀ ਅੰਦਰੋਂ ਸੋਚੀ ਜਾਂਦਾ ਮੈਂ ਇਹਨੂੰ ਦੁੱਖ ਦੇਣਾ, ਉਹ ਜ਼ਿਆਦਾ ਦੁੱਖ ਹੋ ਗਿਆ ਖੜਾ। ਸਾਰੀ ਦੁਨੀਆ ਇਸ ਤਰ੍ਹਾਂ ਚਾਹੁੰਦੀ ਹੈ ਕਿ ਮੈਂ ਇੱਕ ਉਹਨੂੰ ਆਹ ਦੇਵਾਂ, ਉਹ ਕਹਿੰਦਾ ਮੈਂ ਇਹਨੂੰ। ਜਦੋਂ ਸਾਡੇ ਮਨ ਦੇ ਅੰਦਰ ਇਹ ਵਿਚਾਰ ਆ ਗਈ ਕਿ ਮੈਂ ਬਈ ਸਾਰੀ ਦੁਨੀਆ ਨੂੰ
ਸੁਖੀ ਦੇਖਣਾ ਚਾਹੁੰਦਾ ਹੈ। ਵਾਹਿਗੁਰੂ ਸਾਰਿਆਂ ਨੂੰ ਸੁਖ ਦੇਵੇ। ਤਾਂ ਆਪਣੇ ਅੰਦਰ ਜਿਹੜੀ ਉਹ ਭਾਵਨਾ ਪੈਦਾ ਹੋਈ, ਉਹਦੇ ਕਰਕੇ ਆਪਾਂ ਨੂੰ ਚੰਗੇ ਬੰਦਿਆਂ ਦੀ ਪ੍ਰਾਪਤੀ ਵੀ ਹੋ ਜਾਂਦੀ, ਚੰਗੇ ਚੰਗੇ ਬੰਦੇ ਮਿਲ ਜਾਂਦੇ ਆ। ਹੁਣ ਸਤਿਗੁਰੂ ਕਹਿੰਦੇ ਨੇ, ਦੇਖੋ ਦਵੈਸ਼ ਭਾਵ ਨੂੰ ਮੇਟ ਕੇ ਅੰਦਰੋਂ ਇੱਕੋ ਜਿਹਾ ਵਰਤਾਵਾ ਵਰਤਾਓ ਹਰੇਕ ਨਾਲ। ਤਾਈਓ 10ਵੇਂ ਪਾਤਸ਼ਾਹ ਨੇ ਕਿਹਾ ਕਿ ਕੜਾਹ ਪ੍ਰਸ਼ਾਦ ਵਰਤਾਉਣਾ, ਲੰਗਰ ਵਰਤਾਉਣਾ, ਉਹਦੇ 'ਚ ਇਹ ਨਹੀਂ ਵਿਚਾਰ ਕਰਨੀ ਕਿ ਚਲੋ ਇਹ ਆਪਣਾ ਬੰਦਾ ਖੁੱਲ੍ਹਾ ਗੱਫਾ, ਇਹਨੂੰ ਵਧੀਆ ਸਬਜ਼ੀ ਲਿਆ ਕੇ ਦੇਵਾਂ, ਉੱਥੋਂ ਵਧੀਆ ਚੀਜ਼ ਖਵਾਵਾਂ। ਫਿਰ ਸੰਗਤ ਨਾਲ ਵਿਤਕਰਾ ਹੋ ਗਿਆ। ਇੱਕੋ ਭਾਵ ਨਾਲ ਸਭ ਨੂੰ ਵਰਤਾਉਣਾ। ਜਗ ਕਰੜਾ ਮਨਮੁਖ ਗਾਵਾਰ। ਜੋ ਮਨਮੁਖ ਹੈ ਨਾ, ਉਹ ਮੂਰਖ ਹੈ, ਕਿਉਂਕਿ ਜਿਸ ਕਰਕੇ ਲੋਹੇ ਵਾਂਗ ਕਰੜਾ ਜਗ ਤੋਂ ਉਹਨੂੰ ਦੁੱਖ ਦਿੰਦਾ। ਸ਼ਬਦ ਕਮਾਈਐ ਖਾਈਐ ਸਾਰ। ਇਸ ਲਈ ਸਤਿਗੁਰ ਦੇ ਸ਼ਬਦ ਨੂੰ ਕਮਾਈਏ, ਭਾਵ ਗੁਰ ਉਪਦੇਸ਼ ਨਾ ਵਿਸਰੇ। ਤਾਈਓ ਸ਼ਬਦ ਦੀ ਸ਼ਕਤੀ ਨਾਲ ਲੋਹਾ ਚੱਬ ਲਈਦਾ। ਸ਼ਬਦ ਜਿੱਤੀ ਸਿੱਧ ਮੰਡਲੀ। ਸ਼ਬਦ ਦੇ ਨਾਲ ਸੱਜਣ ਵਰਗਿਆਂ ਠੱਗਾਂ ਨੂੰ ਸ਼ਬਦ ਸੁਣਾ ਕੇ ਸਿੱਧੇ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਸ਼ਬਦ ਵਿੱਚ ਬੜੀ ਤਾਕਤ ਹੈ। ਤਾਕਤ ਤਾਂ ਹੈ। ਹੁਣ ਜਿਵੇਂ ਮੈਂ ਕਹਾਂ ਕਿ ਬਾਦਾਮ, ਘਿਓ, ਇਹਨਾਂ 'ਚ ਬੜੀ ਤਾਕਤ ਹੈ। ਬਾਦਾਮ ਕਿਤੇ ਪੈਕਟ ਵਿੱਚ ਪਏ ਹੋਏ ਤਾਕਤ ਨਹੀਂ ਦਿੰਦੇ। ਬਾਦਾਮ ਖਾਣ ਨਾਲ ਤਾਕਤ ਨਹੀਂ ਆਉਂਦੀ। ਤਾਕਤ ਕਿਵੇਂ ਆਉਂਦੀ ਆ? ਬਾਦਾਮ ਖਾ ਕੇ, ਦੁੱਧ ਪੀ ਕੇ, ਘਿਓ ਖਾ ਕੇ ਨਾਲ ਕਸਰਤ ਕਰਨੀ ਪੈਂਦੀ ਹੈ। ਆਪਾਂ ਘਰਾਂ ਵਿੱਚ ਪੋਥੀਆਂ ਲਿਆਂਦੀਆਂ ਨੇ, ਸੈਂਚੀਆਂ ਲਿਆਂਦੀਆਂ ਨੇ, ਬਸ ਪਈਆਂ ਇੱਕ ਪਾਸੇ, ਮਾਲਾ ਉਹ ਪਈ ਟੰਗੀ, ਅੰਮ੍ਰਿਤ ਛਕ ਲਿਆ, ਰਹਿਤ ਰੱਖੀ ਨਹੀਂ, ਬਾਣੀ ਪੜ੍ਹਨੀ ਨਹੀਂ। ਘਰ ਵਿੱਚ ਲਿਆ ਕੇ ਮਾਲਾ ਉਹ ਅਭਿਆਸ ਕਰਨਾ ਸੀ, ਪੋਥੀ ਦਾ ਪਾਠ ਕਰਨਾ ਸੀ, ਸੈਂਚੀਆਂ ਤੋਂ ਸਹਿਜ ਪਾਠ ਕਰਨਾ ਸੀ। ਮੂਲ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਸ਼ਕਤੀ ਆ ਜਾਂਦੀ ਹੈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਹੀ ਇਹ ਕਰੜੇ ਜੱਗ ਦੇ ਵਿੱਚ ਰਹਿਣ ਲਈ ਸ਼ਬਦ ਦੀ ਲੋੜ ਹੈ। ਸ਼ਬਦ ਸਭ ਤੋਂ ਸਖਤ ਹੈ, ਦੇਖਣ ਨੂੰ ਨਰਮ ਹੈ। ਸ਼ਬਦ ਸਾਰੇ ਦੁਸ਼ਟਾਂ ਦਾ ਨਾਸ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਅੰਤਰ ਬਾਹਰ ਏਕੋ ਜਾਣੈ। ਜਿਹੜਾ ਜੀਵ ਅੰਦਰ ਬਾਹਰ ਇੱਕ ਵਾਹਿਗੁਰੂ ਨੂੰ ਸਰਬ ਵਿਆਪਕ ਸਮਝਦਾ, ਪਹਿਲਾਂ ਇਹ ਬਿਰਤੀ ਬਣਾਉਣੀ ਪੈਂਦੀ ਹੈ, ਮੇਰੇ ਅੰਦਰ ਵਾਹਿਗੁਰੂ ਹੈ, ਬਾਹਰ ਵੀ ਸਾਰਿਆਂ 'ਚ ਉਹੀ ਬੈਠਾ। ਭਗਤ ਨਾਮਦੇਵ ਜੀ ਕੂਕਰ ਦੇ ਮਗਰ ਦੇਸੀ ਘਿਓ ਲੈ ਕੇ ਦੌੜੇ। ਉਹਨਾਂ ਜ਼ਮਾਨਿਆਂ 'ਚ ਦੂਜਾ ਹੁੰਦਾ ਹੀ ਨਹੀਂ ਸੀ, ਇਸ ਕਰਕੇ ਤੋਂ ਘਿਓ ਲੈ ਕੇ ਦੌੜੇ ਤਾਂ ਕਹਿਣ ਲੱਗੇ, ਹੇ ਪਰਮਾਤਮਾ, ਰੋਟੀ ਨੂੰ ਘਿਓ ਲਾ ਲਓ, ਰੁੱਖੀ ਕਿਉਂ ਖਾਂਦੇ ਹੋ? ਕਿਉਂਕਿ ਉਹ ਸਾਰਿਆਂ ਵਿੱਚ ਇੱਕ ਰੂਪ ਦੇਖਣ ਲੱਗ ਪਏ। ਭਾਈ ਕਨ੍ਹਈਆ ਜੀ ਸਾਰਿਆਂ ਨੂੰ ਹੀ ਪਾਣੀ ਪਿਆਉਂਦੇ ਨੇ। ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ। ਹੁਣ ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਕਿ ਉਹ ਤ੍ਰਿਸ਼ਨਾ ਰੂਪੀ ਜਿਹੜੀ ਦੁੱਖਦਾਈ ਅੱਗ ਹੈ ਨਾ, ਇਹ ਜੀਵ ਨੂੰ ਪਰੇਸ਼ਾਨ ਕਰਦੀ, ਬਹੁਤ ਪਰੇ, ਹੋਰ ਬਹੁਤ ਜ਼ਿਆਦਾ ਜੋੜ ਲਵਾਂ। ਸਹਿਸ ਖੱਟੇ ਲੱਖ ਉਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤ ਆਵੈ, ਖਪ ਖਪ ਮਰੈ। ਸਤਿਗੁਰੂ ਕਹਿੰਦੇ ਹੁਣ ਸਤਿਗੁਰੂ ਦੀ ਰਜਾ ਵਿੱਚ ਚੱਲਣ ਨਾਲ ਇਹ ਜਿਹੜੀ ਤ੍ਰਿਸ਼ਨਾ ਰੂਪੀ ਦੁੱਖਦਾਈ ਅੱਗ ਹੈ ਨਾ, ਇਹ ਖਤਮ ਹੋ ਜਾਂਦੀ ਹੈ। ਰਜਾ ਵਿੱਚ ਰਹਿਣਾ ਪੈਂਦਾ। ਸੱਚ ਭੈ ਰਾਤਾ ਗਰਭ ਨਿਵਾਰੈ। ਜਿਹੜਾ ਜੀਵ ਸੱਚੇ ਵਾਹਿਗੁਰੂ ਦੇ ਡਰ ਵਿੱਚ ਰੰਗਿਆ ਹੋਇਆ ਨਾ, ਉਹ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਦਿੰਦਾ। ਕਿਉਂਕਿ ਰੰਗ ਰਤੜਿਆਂ ਵਿੱਚ ਹੰਕਾਰ ਨਹੀਂ ਰਹਿੰਦਾ, ਉਹ ਸਾਰਾ ਵਾਹਿਗੁਰੂ 'ਤੇ ਛੱਡਦੇ ਨੇ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਲ ਸੋਏ। ਕਿਉਂਕਿ ਮੈਂ ਕੁਛ ਵੀ ਨਹੀਂ ਕਰਦਾ, ਨਾ ਮੈਂ ਕੁਛ ਪਿੱਛੇ ਕੀਤਾ, ਨਾ ਮੈਂ ਕੁਝ ਅੱਗੇ ਨੂੰ ਕਰਨ ਵਾਲਾ, ਸਾਰਾ ਕੁਝ ਵਾਹਿਗੁਰੂ ਹੀ ਕਰਦੇ ਨੇ, ਜਾਂ ਉਹਨਾਂ ਦੀ ਇੱਕ ਬਿਰਤੀ ਬਣ ਜਾਂਦੀ ਹੈ। ਪਰ ਚੰਗੇ ਕੰਮ ਲਈ ਜਦੋਂ ਮਾੜੇ ਕਰਮ ਕਰਨ ਵਾਲੇ ਇਹ ਗੱਲ ਤਾਂ ਕਹਿ ਦਿੰਦੇ ਕਿ ਵਾਹਿਗੁਰੂ ਨੇ ਕਰਾਇਆ, ਵਾਹਿਗੁਰੂ ਹੀ ਇਉਂ ਕਰਾਉਂਦਾ, ਦੇਖੋ ਬਾਣੀ 'ਚ ਲਿਖਿਆ, ਪਰ ਇਹ ਸਿਧਾਂਤਕ ਤੌਰ 'ਤੇ ਗੱਲ ਗਲਤ ਹੋ ਜਾਂਦੀ ਹੈ। ਭਗਤੀ ਕਰਦਿਆਂ ਹੋਇਆਂ ਨਿਮਰਤਾ ਦਾ ਜਨਾਇਕ ਹੈ ਕਿ ਵਾਹਿਗੁਰੂ ਨੇ ਮੈਥੋਂ ਇਹ ਸੇਵਾ ਕਰਵਾਈ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੀ ਡਿਊਟੀ ਤੋਂ ਅੰਦਰ ਜਾ ਕੇ ਜਦੋਂ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਉੱਪਰ ਸੋਨੇ ਦੇ ਪੱਤਰੇ 'ਤੇ ਲਿਖਿਆ, ਟਹਿਲ ਕਰਵਾਈ ਦਾਸ ਰਣਜੀਤ ਸਿੰਘ ਪਾਸੋਂ। ਕਰਵਾਈ ਆ ਉਹਨੇ, ਮੈਂ ਕੁਛ ਕਰਨ ਜੋਗਾ ਨਹੀਂ ਸੀ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਸੱਚ ਭੈ ਰਾਤਾ ਗਰਭ ਨਿਵਾਰੈ। ਆਪਣੇ ਮਨ ਦੇ ਅੰਦਰੋਂ ਨਾ ਸੱਚ ਦੇ ਰੰਗ ਵਿੱਚ ਰੰਗਿਆ ਹੋਇਆ ਜਿਹੜਾ ਜੀਵ ਹੈ, ਕਿਉਂਕਿ ਉਹ ਵਾਹਿਗੁਰੂ ਦੇ ਡਰ ਵਿੱਚ ਹੋ ਜਾਂਦਾ ਹੈ। ਵਾਹਿਗੁਰੂ ਦੇ ਡਰ ਵਿੱਚ ਰਤਿਆ ਹੋਇਆ ਜੀਵ ਜਿਹੜਾ ਹੈ ਨਾ, ਉਹ ਫਿਰ ਆਪਣੇ ਮਨ ਦੇ ਅੰਦਰੋਂ ਡਰ ਕਰਕੇ ਹੰਕਾਰ ਦੂਰ ਕਰਦਾ। ਸੱਚਾ
ਡਰ। ਇੱਕ ਤਾਂ ਡਰ ਹੁੰਦਾ ਕਿਸੇ ਹੋਰ ਦਾ ਬਾਹਰੋਂ, ਇੱਕ ਹੁੰਦਾ ਆਪਣੇ ਪਿਤਾ ਜੀ ਦਾ ਡਰ ਕਿ ਮਾਤਾ ਪਿਤਾ ਤੋਂ ਭੈ ਸੰਯੁਕਤ ਰਹਿਣਾ। ਉਸ ਤਰ੍ਹਾਂ ਦਾ ਡਰ ਸਤਿਗੁਰੂ ਦਾ ਮਾਤਾ ਪਿਤਾ ਜਾਣ ਕੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੀ ਕਹਿਣਗੇ, ਮਾਤਾ ਜੀ ਕੀ ਕਹਿਣਗੇ, ਸਾਹਿਬ ਕੌਰ ਜੀ ਵੀ ਪੁੱਤਰ ਤੂੰ ਇੰਨੀਆਂ ਗਲਤੀਆਂ ਕਰਦਾ, ਤੂੰ ਸਾਡਾ ਬੇਟਾ ਹੋ ਕੇ। ਇਉਂ ਮਨ ਦੇ ਅੰਦਰ ਫਿਰ ਸਤਿਗੁਰੂ ਦਾ ਡਰ ਰੱਖ ਕੇ ਨਾ ਆਪਣੇ ਮਨ ਦੇ ਅੰਦਰੋਂ ਹੰਕਾਰ ਨੂੰ ਦੂਰ ਕਰਦਾ ਵੀ ਜਿਵੇਂ ਹੰਕਾਰ ਬੜਿਆਂ ਨੇ ਕੀਤਾ ਪਰ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਨਾਲ ਹੀ। ਸ਼ਬਦ ਵਸੈ ਸੱਚ ਅੰਤਰ ਹੀ ਆ। ਉਸਨੇ ਇੱਕ ਪ੍ਰਭੂ ਨੂੰ ਵਿਆਪਕ ਜਾਣਿਆ ਅਤੇ ਉਹ ਕੇਵਲ ਗੁਰੂ ਦੇ ਸ਼ਬਦ ਨੂੰ ਹੀ ਵਿਚਾਰਦਾ ਹੈ, ਕਿਉਂਕਿ ਇਹ ਬਚਨ ਕਰਦੇ ਨੇ ਏਕੋ ਜਾਤਾ ਸ਼ਬਦ ਵਿਚਾਰੈ। ਏਕੋ ਜਾਤਾ, ਉਹਨੇ ਇੱਕ ਜਾਣ ਲਿਆ ਤੇ ਸ਼ਬਦ ਦੀ ਉਹ ਵਿਚਾਰ ਕਰਦਾ ਹੈ। ਸ਼ਬਦ ਵਸੈ ਸੱਚ ਅੰਤਰ ਹੀ ਆ। ਜਦੋਂ ਗੁਰੂ ਦਾ ਸ਼ਬਦ ਵਸਦਾ ਨਾ ਉਦੋਂ ਸੱਚ ਰੂਪ ਵਾਹਿਗੁਰੂ ਦੇ ਹਿਰਦੇ 'ਚ ਆ ਵਸਦਾ ਕਿ ਸ਼ਬਦ ਹੀ ਬ੍ਰਹਮ ਹੈ। ਇਹ ਜਾਣਨ ਦੀ ਲੋੜ ਆਪਾਂ ਨੂੰ ਕਿ ਵਾਹਿਗੁਰੂ 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 ਕਰਦਿਆਂ ਕਰਦਿਆਂ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸ਼ਬਦ ਦੇ ਵਿੱਚੋਂ ਹੀ ਪ੍ਰਕਾਸ਼ ਹੋ ਜਾਂਦਾ ਹੈ। ਸ਼ਬਦ ਦੇਖੋ, ਰੰਗ ਸੁੱਕਾ ਰੰਗ ਲਿਆ ਕੇ ਕੱਪੜਿਆਂ ਨੂੰ ਦੇਣ ਵਾਲਾ ਪੂੜੀ ਵਿੱਚ ਰੱਖ ਦਿੰਦੇ ਆ, ਪਾਣੀ ਬਿਲਕੁਲ ਚਿੱਟਾ ਹੈ। ਜੇ ਪਾਣੀ ਵਿੱਚ ਕੱਪੜਾ ਡੁਬੋ ਕੇ ਕਹੀਏ ਕਿ ਰੰਗ ਤਾਂ ਇਹਨੂੰ ਚੜ੍ਹਿਆ ਹੀ ਨਹੀਂ, ਸਿਆਣੇ ਨੇ ਕਿ ਰੰਗ ਤੂੰ ਪਾਇਆ ਹੀ ਕਦੋਂ, ਪੂੜੀ ਤੇ ਵੱਖਰੀ ਰੱਖੀ ਬੈਠਾ, ਪੈਕਟ ਤੇ ਪਾਸੇ ਪਿਆ। ਜਦੋਂ ਫਿਰ ਉਹ ਰੰਗ ਪਾਣੀ ਵਿੱਚ ਪਾਇਆ, ਚੰਗੀ ਤਰ੍ਹਾਂ ਗਰਮ ਕੀਤਾ ਪਾਣੀ, ਉਹਦੇ ਵਿੱਚ ਕੱਪੜਾ ਪਾਇਆ ਤਾਂ ਰੰਗ ਚੜ੍ਹ ਗਿਆ। ਹੁਣ ਮਹਾਰਾਜ ਕਹਿੰਦੇ ਜੇ ਲਿਆ ਕੇ ਘਰ ਵਿੱਚ ਸਾਰਾ ਕੁਝ ਰੱਖਿਆ ਪਿਆ ਹੈ, ਸ਼ਬਦ ਵੀ ਸੁਣਿਆ, ਕੀਰਤਨ ਵੀ ਸੁਣਿਆ, ਉਹਨੂੰ ਹਿਰਦੇ ਦੇ ਵਿੱਚ ਤਾਂ ਪਾਇਆ ਹੀ ਨਹੀਂ, ਕੇਵਲ ਮੂੰਹ ਨਾਲ ਹੀ ਸਾਰਾ ਕੁਛ ਕੀਤਾ, ਬੋਲਿਆ ਮੂੰਹ ਨਾਲ, ਕੰਨਾਂ ਨਾਲ ਮਾੜਾ ਸੁਣਿਆ ਤੇ ਧਿਆਨ ਹੋਰ ਪਾਸੇ। ਉਹਦੇ ਹਿਰਦੇ 'ਚ ਸ਼ਬਦ ਉਦੋਂ ਵਸਦਾ ਜਦੋਂ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਸ਼ਬਦ ਨੂੰ ਹੇਠਾਂ ਹਿਰਦੇ 'ਚ ਉਤਾਰ ਲੈਂਦਾ। ਤਾਂ ਸਤਿਗੁਰੂ ਮਹਾਰਾਜ ਹੁਣ ਫਰਮਾਉਂਦੇ ਨੇ ਤਨ ਮਨ ਸੀਤਲ ਰੰਗ ਰੰਗੀਆ। ਪ੍ਰਭੂ ਦੇ ਪ੍ਰੇਮ ਰੰਗ ਵਿੱਚ ਉਹ ਰੰਗਿਆ ਜਾਂਦਾ, ਉਹਦਾ ਤਨ ਮਨ ਠੰਡਾ ਠਾਰ ਹੋ ਜਾਂਦਾ। ਇਹ ਨਿਸ਼ਾਨੀ ਆ। ਸੋ ਦਾਸ ਨੇ ਇਹ ਹੁੰਦਾ ਦੇਖਿਆ ਜਿਨ੍ਹਾਂ ਦੇ ਅੰਦਰ ਨਾਮ ਦੀ ਸੀਤਲਤਾ ਹੁੰਦੀ ਆ ਨਾ। ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਿਉਂ ਨਹੀਂ ਠੰਡ ਪੈਂਦੀ ਸੰਸਾਰ ਦੇ ਅੰਦਰ? ਇਤਨਾ ਲੋਕ ਸਭ ਕੁਛ ਕਰਦਿਆਂ ਹੋਇਆਂ ਵੀ ਕਹਿੰਦੇ ਨੇ ਮੇਰੇ ਅੰਦਰ ਤਾਂ ਕ੍ਰੋਧ ਹੈ। ਖਾਸ ਕਰ ਉਹਨਾਂ ਲੋਕਾਂ ਵਿੱਚ ਆਪਾਂ ਕ੍ਰੋਧ ਜ਼ਿਆਦਾ ਦੇਖਦੇ ਨੇ, ਧਾਰਮਿਕ ਤੌਰ 'ਤੇ ਜ਼ਿਆਦਾ ਨਜ਼ਰ ਆਉਂਦੇ ਨੇ। ਫਿਰ ਕ੍ਰੋਧ ਕਿਉਂ ਹੈ? ਤੇਰੇ ਅੰਦਰ ਲਾਲਚ ਕਿਉਂ ਹੈ? ਕ੍ਰੋਧ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜੇ ਹੀ ਬੜੇ ਭਰੇ ਪਏ ਨੇ। ਕਿਉਂਕਿ ਉਸ ਜੀਵ ਨੇ ਜ਼ਿਆਦਾਤਰ ਗੁਰਬਾਣੀ ਦੇ ਆਸਰੇ ਮਾਇਆ ਨੂੰ ਹੀ ਇਕੱਤਰ ਕੀਤਾ ਹੈ, ਚਾਹੇ ਉਹ ਉੱਪਰਲਾ ਚਾਹੇ ਥੱਲੇ ਵਾਲਾ ਕੋਈ ਵੀ ਹੈ। ਗੁਰਬਾਣੀ ਨੂੰ ਤਾਂ ਹਿਰਦੇ ਦੇ ਅੰਦਰ ਥਾਂ ਹੀ ਨਹੀਂ ਦਿੱਤਾ, ਵਸਾਇਆ ਹੀ ਨਹੀਂ। ਜਦੋਂ ਗੁਰਬਾਣੀ ਹਿਰਦੇ ਦੇ ਅੰਦਰ ਚਲੀ ਗਈ, ਵਸ ਗਈ, ਮਹਾਰਾਜ ਕਹਿੰਦੇ ਤਨ ਮਨ ਸੀਤਲ ਰੰਗ ਰੰਗੀਆ। ਰੰਗ ਵਿੱਚ ਰੰਗਿਆ ਗਿਆ ਤੇ ਤਨ ਮਨ ਆਪਣੇ ਆਪ ਹੀ ਠੰਡਾ ਠਾਰ ਹੋ ਜਾਂਦਾ। ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਿਉਂਕਿ ਤਨ ਮਨ ਸੀਤਲ ਤਾਂ ਹੋ ਗਿਆ ਕਿ ਕਾਮ ਕ੍ਰੋਧ ਬਿਖ ਅਗਨ ਨਿਵਾਰੇ। ਉਹ ਕਾਮ ਕ੍ਰੋਧ ਰੂਪੀ ਜ਼ਹਿਰ ਦੀ ਤ੍ਰਿਸ਼ਨਾ ਰੂਪੀ ਅੱਗ ਨੂੰ ਦੂਰ ਕਰਦਾ ਨਾਮ ਦੇ ਨਾਲ। ਜਲ ਤੋਂ ਬਲ ਤੋਂ ਤੌਂਕਿਆ, ਜਲਦੇ ਬਲਦੇ ਹੋਏ ਅੱਗ ਦੇ ਵੱਡੇ ਭਾਂਬੜ ਉੱਤੇ ਜੇ ਪਾਣੀ ਪਾ ਦਈਏ ਸ਼ਾਂਤ ਹੋ ਜਾਂਦਾ, ਠੰਡਾ ਹੋ ਜਾਂਦਾ। ਸਤਿਗੁਰੂ ਕਹਿੰਦੇ ਇਉਂ ਠੰਡਾ ਤਾਂ ਹੋ ਜਾਏ, ਪਰ ਹੁਣ ਦੁਨੀਆ ਦੇ ਅੰਦਰ ਕਿਤਨੇ ਐਸੇ ਲੋਕ ਨੇ ਜਿਹੜੇ ਬਹੁਤ ਪਾਠ ਵੀ ਕਰਦੇ ਨੇ ਪਰ ਝਗੜਾ ਵੀ ਕਰਦੇ ਨੇ। ਕਿਉਂ? ਕਿਉਂਕਿ ਗੁਰਬਾਣੀ ਨੂੰ ਕੰਨਾਂ ਦੇ ਰਾਹੀਂ ਮਨ ਤੱਕ ਨਹੀਂ ਲੈ ਕੇ ਗਿਆ, ਔਰ ਜਿਹੜੀ ਉਹਦੇ ਸਿੱਖਿਆ ਦਿੱਤੀ ਉਹਦੇ ਉੱਤੇ ਅਮਲ ਨਹੀਂ ਕੀਤਾ, ਵਿਸ਼ਵਾਸ ਨਹੀਂ ਕੀਤਾ ਮਹਾਰਾਜ ਜੀ 'ਤੇ। ਜੇ ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਕਰਨ ਤਾਂ ਸਾਰਾ ਕੁਝ ਹੀ ਹੋ ਸਕਦਾ ਹੈ, ਪਰ ਵਿਸ਼ਵਾਸ ਵੀ ਵਿਸ਼ਵਾਸ ਵਾਲਿਆਂ ਨਾਲ ਮਿਲ ਕੇ ਹੀ ਆਉਂਦਾ। ਜਦੋਂ ਬੇਵਿਸ਼ਵਾਸੇ ਬੰਦਿਆਂ ਦੀ ਸੰਗਤ ਕਰਦੇ ਆ, ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਬਾਹ। ਹੁਣ ਕਹਿੰਦੇ ਨੇ ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਆ ਤਉ ਕਛ ਲਾਗੈ ਦਾਗ। ਇੰਨੀ ਕਿਰਪਾ ਜ਼ਰੂਰ ਕਰੋ ਵੀ ਜਿਹੜੇ ਬੰਦਿਆਂ ਨੂੰ ਵਿਸ਼ਵਾਸ ਨਹੀਂ ਮਹਾਰਾਜ 'ਤੇ, ਉਹਨਾਂ ਦੀ ਸੰਗਤ ਨਾ ਹੀ ਕਰੋ। ਵਿਸ਼ਵਾਸ ਵਾਲਿਆਂ ਦੀ ਸੰਗਤ ਲੱਭੋ, ਟਿਕੇ ਮਨਾਂ ਵਾਲਿਆਂ ਦੀ ਸੰਗਤ ਲੱਭੋ, ਜੁੜਿਆਂ ਹੋਇਆਂ ਦੀ ਸੰਗਤ ਕਰੋ ਤਾਂ ਕਿ ਆਪਾਂ ਵੀ ਜੁੜ ਸਕੀਏ।
ਸਤਿਗੁਰੂ ਕਹਿੰਦੇ ਅੱਗ ਦੂਰ ਹੋ ਗਈ, ਨਾਨਕ ਨਦਰੀ ਨਦਰ ਪਿਆਰੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਉਹ ਮਨੁੱਖ ਨਦਰ ਕਰਨ ਵਾਲੇ ਪਿਆਰੇ ਵਾਹਿਗੁਰੂ ਦੀ ਮਿਹਰ ਦੀ ਨਦਰ ਨਾਲ ਨਿਹਾਲ ਹੋ ਜਾਂਦਾ ਹੈ, ਉਹਦੇ 'ਤੇ ਕਿਰਪਾ ਹੋ ਜਾਂਦੀ ਹੈ। ਕੰਮ ਬਹੁਤ ਥੋੜਾ ਸੀ, ਵਧਾ ਆਪਾਂ ਬਹੁਤਾ ਲਿਆ। ਮਨ ਦੀ ਇਕਾਗਰਤਾ ਕਰਨੀ, ਇਕਾਗਰਤਾ ਵਾਲਿਆਂ ਨੂੰ ਪੁੱਛਿਆ ਵੀ ਇਕਾਗਰਤਾ ਹੋਵੇ ਕਿਵੇਂ। ਕਹਿਣ ਲੱਗੇ ਇੱਕ ਜਪਜੀ ਸਾਹਿਬ ਦਾ ਪਾਠ ਹੈ ਨਾ, ਕੰਨਾਂ ਨਾਲ ਸੁਣ ਕੇ ਕਰਨਾ, ਬਸ ਆਰਾਮ ਨਾਲ ਹੌਲੀ ਹੌਲੀ, ਉਹ ਮਨ ਨੂੰ ਟਿਕਾਉਂਦਾ ਹੈ। ਫਿਰ ਦੂਜਾ ਪਾਠ ਕੰਨਾਂ ਨਾਲ ਸੁਣ ਕੇ ਕਰੋ, ਫਿਰ ਹੋਰ ਟਿਕਦਾ। ਫਿਰ ਤੀਸਰਾ ਪਾਠ ਟਿਕਾ ਕੇ ਕਰੋ, ਫਿਰ ਹੋਰ ਟਿਕਦਾ। ਜਿੱਥੋਂ ਮਨ ਬਾਹਰ ਚਲਿਆ ਗਿਆ ਉੱਥੋਂ ਮੋੜ ਕੇ ਫੇਰ ਲਿਆਉਣਾ, ਫੇਰ ਟਿਕਦਾ। ਸੋ ਕਹਿਣ ਦਾ ਭਾਵ ਹੈ ਕਿ ਰੋਜ਼ 5 ਬਾਣੀਆਂ ਪੜ੍ਹ ਲਈਆਂ, ਹਾਂ ਜੀ, ਨਿਤਨੇਮ ਕਰ ਲਿਆ, ਆਹ ਪੜ੍ਹ ਲਿਆ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੜੀਆ ਖਾਦ। ਜਿਹੜਾ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਪੰਡਤ ਨੂੰ ਉਪਦੇਸ਼ ਕੀਤਾ, ਅਫਸੋਸ ਦੀ ਗੱਲ ਹੈ ਉਹ ਆਪਾਂ ਨੂੰ ਹੁਣ ਆਪਣੇ ਨੂੰ ਹੀ ਕਰਨਾ ਪੈਂਦਾ। ਭਾਈ ਤੂੰ ਵੀ ਗੱਡੀ ਲੱਦੀ ਜਾਣਾ ਪੜ੍ਹ ਪੜ੍ਹ ਕੇ, ਸ਼ਾਂਤੀ ਨਹੀਂ ਆਈ ਮਨ ਨੂੰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਜਿਹੜੀ ਹੈ ਨਾ ਇਹ ਪੌੜੀ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਹੁਣ ਇਹ 45ਵੀਂ ਪੌੜੀ ਤੋਂ ਅਸਲ 3 ਪੌੜੀਆਂ ਦਾ ਉਪਦੇਸ਼ ਸਾਂਝਾ ਹੀ ਸਤਿਗੁਰੂ ਮਹਾਰਾਜ ਨੇ ਕੀਤਾ ਕਿ ਹੁਣ ਸਿੱਧਾ ਨੇ ਕਿਹਾ ਬਾਲਕ ਤੂੰ ਯੋਗ ਦੀ ਕੋਈ ਸਾਧਨਾ ਨਹੀਂ ਕੀਤੀ ਅਤੇ ਨਾ ਹੀ ਕੋਈ ਜਪ ਤਪ ਕੀਤਾ, ਇਸ ਲਈ ਤੇਰੇ ਦੰਦ ਮੋਮ ਵਰਗੇ ਨੇ। ਇਹਨਾਂ ਦੰਦਾਂ ਨਾਲ ਸਾਰ ਕਿਵੇਂ ਖਾਧਾ ਜਾ ਸਕਦਾ? ਇਹ ਆਹਾਰ ਕਿਹੜਾ ਜਿਸ ਨਾਲ ਹੰਕਾਰ ਮਿਟ ਜਾਵੇ? ਸੋ ਇਹਦਾ ਉੱਤਰ ਸਤਿਗੁਰੂ ਨੇ ਫਰਮਾਇਆ ਕਿ ਆਤਮਿਕ ਨਿਰਬਲਤਾ ਨਾਲ ਬਰਫ਼ ਦੇ ਘਰ ਵਿੱਚ ਹੰਕਾਰ ਖਤਮ ਨਹੀਂ ਹੋ ਸਕਦਾ। ਅਗਨੀ ਦਾ ਜਿਹੜਾ ਪਹਿਰਾਵਾ ਹੈ ਨਾ, ਤਾਮਸੀ ਕਿਵੇਂ ਰਹਿ ਸਕਦਾ? ਪਿਰਾਹਨ ਤੋਂ ਭਾਵ ਪਹਿਰਾਵਾ ਜਿਹੜਾ ਹੁੰਦਾ, ਭਾਵ ਜਿਵੇਂ ਬਰਫ਼ ਨੂੰ ਅੱਗ ਗਾਲਦੀ ਹੈ ਨਾ, ਤਿਵੇਂ ਇਹ ਜਿਹੜਾ ਸੁਭਾਅ ਸਰੀਰ ਨੂੰ ਗਾਲਦਾ। ਕਾਮ ਕ੍ਰੋਧ ਕਾਇਆ ਕਉ ਗਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਸੋ ਇਸ ਤੋਂ ਅਗਲਾ ਪ੍ਰਸ਼ਨ ਜਿਹੜਾ ਸੀ ਉਹ ਗੁਫਾ ਬਾਰੇ ਜਿਵੇਂ ਕੀਤਾ, ਉਹਦਾ ਉੱਤਰ ਇਉਂ ਬਖਸ਼ਿਸ਼ ਕੀਤਾ ਸੀ ਨਾ ਮਹਾਰਾਜ ਨੇ, ਉਹ ਗੁਫਾ ਕਿਹੜੀ ਆ ਜਿੱਥੇ ਮਨ ਪ੍ਰਾਣਾਂ ਦੀ ਸਵਾਰੀ ਛੱਡ ਕੇ ਸਥਿਤ ਹੁੰਦਾ ਹੈ? ਉਹ ਧਿਆਨ ਕਿਹੜਾ ਜਿਸ ਨਾਲ ਮਨ ਦੀ ਮਨੌਤ ਮਨ ਵਿੱਚ ਹੀ ਮੁੱਕ ਜਾਂਦੀ ਹੈ? ਸੋ ਮਹਾਰਾਜ ਨੇ ਕੀ ਕਿਹਾ ਬਚਨ, ਗੁਰ ਕੇ ਸ਼ਬਦ ਇਹ ਗੁਫਾ ਵਿਚਾਰੇ, ਅਤੇ ਧਿਆਨ ਦੀ ਸੋਝੀ ਗੁਰੂ ਦਾ ਗਿਆਨ ਮਨ ਵਿੱਚ ਆਉਣ ਨਾਲ ਹੋ ਜਾਂਦੀ ਹੈ। ਹੁਣ ਭਗਤ ਧੰਨਾ ਜੀ ਇਸ ਵਾਕ ਬਾਰੇ ਇਸ ਤਰ੍ਹਾਂ ਫਰਮਾਉਂਦੇ ਜਿਵੇਂ ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਭਏ। ਇਹ ਭਗਤ ਧੰਨਾ ਜੀ ਦੇ ਬਚਨ ਨੇ ਗੁਰਬਾਣੀ 'ਚ 487 ਅੰਗ 'ਤੇ। ਮਨ ਵਿੱਚ ਪਦਾਰਥਾਂ ਦੀ ਪਕੜ ਹੋਣ ਕਰਕੇ ਦਵੈਤ ਅਤੇ ਈਰਖਾ ਦੀ ਅੱਗ ਹਰ ਵੇਲੇ ਬਲਦੀ ਰਹਿੰਦੀ ਹੈ। ਜੇ ਮਨੁੱਖ ਮੈਂ ਨੂੰ ਅੰਦਰੋਂ ਕੱਢ ਦੇਵੇ ਤਾਂ ਮਨ ਮੋਮ ਵਾਂਗੂ ਕੋਮਲ ਸੁਭਾਅ ਵਾਲਾ ਹੋ ਸਕਦਾ ਅਤੇ ਭਾਵ ਹੰਗਤਾ ਦੇ ਢਲਣ ਨਾਲ ਹੀ ਵਾਹਿਗੁਰੂ ਜੀ ਦੀ ਅਕਾਲ ਪੁਰਖ ਨਾਲ ਇੱਕਮਿਕ ਹੋ ਸਕੀਦਾ, ਉਹਦੀ ਕਿਰਪਾ ਪ੍ਰਾਪਤ ਕਰ ਸਕੀਦੀ ਹੈ। ਲੋਹੇ ਨੂੰ ਖਾਣਾ ਕੀ ਹੈ? ਜਗਤ ਲੋਹੇ ਸਮਾਨ ਕਰੜਾ। ਲੋਹਾ ਦਾ ਮਾਨੋ ਮਨਮੁਖਤਾ ਹੈ। ਹੁਣ ਸਤਿਗੁਰ ਦੇ ਸ਼ਬਦ ਦੀ ਵਿਚਾਰ ਨਾਲ ਮਨਮੁਖਤਾ ਨੂੰ ਖਾਧਾ ਜਾ ਸਕਦਾ, ਕਿਉਂਕਿ ਸ਼ਬਦ ਦੀ ਵਿਚਾਰ ਮਨਮੁਖਤਾ ਦੇ ਸੁਭਾਅ ਨੂੰ ਦੂਰ ਕਰਦੀ। ਕਥਾ ਸੁਣ ਸੁਣ ਕੇ ਇਹ ਦਾਸ ਦਾ ਪ੍ਰੈਕਟੀਕਲ ਹੈ ਵੀ ਇਹ ਜਦੋਂ ਕਦੀ ਕਥਾ ਸ਼ੁਰੂ ਕੀਤੀ ਹੈ, ਬਸ ਇਹ ਇੱਕ ਚਮਤਕਾਰ ਹੀ ਹੁੰਦਾ ਦੇਖਿਆ ਸੰਸਾਰ ਭਰ 'ਚ, ਸਾਰਿਆਂ ਦੇਸ਼ਾਂ 'ਚ। ਇਹ ਸਤਿਗੁਰੂ ਜਾਣਦੇ ਨੇ ਕਿ ਉਹਨਾਂ ਨੇ ਕੀ ਕਲਾ ਵਰਤਾਈ ਹੈ। ਬਸ ਕਥਾ ਨੂੰ ਸੁਣਦਿਆਂ ਸੁਣਦਿਆਂ ਹੀ ਸੁਭਾਅ ਬੜਿਆਂ ਦੇ, ਸ਼ਰਾਬੀਆਂ ਕਬਾਬੀਆਂ ਦੇ, ਨਸ਼ਈਆਂ ਦੇ ਬਦਲ ਗਏ ਨੇ। ਕੇਸ ਰੱਖ ਲਏ ਨੇ, ਦਾੜੀ ਰੱਖ ਲਈ, ਅੰਮ੍ਰਿਤ ਛਕ ਲਿਆ, ਚੰਗੇ ਭਲੇ ਬਾਣੀ ਪੜ੍ਹਨ ਲੱਗ ਪਏ ਨੇ। ਕੀ ਸੀਗਾ? ਸ਼ਬਦ ਦੀ ਵਿਚਾਰ ਨਹੀਂ ਜੀਵਾਂ ਨੂੰ ਬਦਲ ਦਿੱਤਾ ਹੈ। ਕਿਉਂਕਿ ਸ਼ਬਦ ਨੂੰ ਕਮਾਉਣ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਹਉਮੈ ਦਾ ਅਭਾਵ ਹੋ ਜਾਂਦਾ ਨਾ, ਮਨ ਪਰਮੇਸ਼ਰ ਦੇ ਧਿਆਨ ਵਿੱਚ ਜੁੜ ਜਾਂਦਾ, ਕਾਮ ਕ੍ਰੋਧ ਇਹ ਜਿਹੜੇ ਹਨ ਸਾਰੇ ਭਸਮ ਹੋ ਜਾਂਦੇ ਨੇ। ਫਿਰ ਹਾਲਤ ਕੈਸੀ ਹੈ ਕਿ ਜਲ ਤਰੰਗ ਜਿਉਂ ਜਲਹਿ ਸਮਾਇਆ, ਇਹ ਹਾਲਤ ਬਣ ਜਾਂਦੀ ਹੈ। ਹੁਣ ਜਿਹਦੇ ਹਿਰਦੇ 'ਚ ਸਤਿਗੁਰੂ ਦਾ ਸ਼ਬਦ ਵਸ ਜਾਂਦਾ, ਉਹ ਸੀਤਲ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਕਿਉਂਕਿ ਜਦੋਂ ਵਾਹਿਗੁਰੂ ਮਹਾਰਾਜ ਅਕਾਲ ਪੁਰਖ ਜੀ ਮਿਹਰ ਦੀ ਨਜ਼ਰ ਕਰਦੇ ਆ ਨਾ, ਤਾਂ ਜੀਵ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਅਸਲ ਵਿੱਚ ਤਾਂ ਮਾਇਆ ਮੂਇਆ ਵਿੱਚ ਕੋਈ ਸ਼ਾਂਤੀ ਨਹੀਂ ਹੈ। ਇਹ ਜ਼ਰੂਰ ਪਹਿਲਾਂ
ਮਨ ਦੇ ਅੰਦਰ ਤੜਫ ਲੱਗੀ ਹੁੰਦੀ, ਹਾਏ ਮੇਰੇ ਕੋਲ ਪੈਸੇ ਨਹੀਂ ਗੇ, ਸਾਡੇ ਕੋਲ ਮਕਾਨ ਨਹੀਂ ਗਾ, ਮਕਾਨ ਲੈ, ਕਾਰ ਲੈ, ਆਹ ਲੈ, ਬੈਲੈਂਸ, ਬੈਂਕ ਬੈਲੈਂਸ, ਭਾਵੇਂ ਹੀਰਿਆਂ ਦੇ ਹਾਰ ਪਾ। ਹੁਣ ਕੀ ਹੋ ਗਿਆ? ਔਲਾਦ ਨਹੀਂ ਠੀਕ ਹੈ, ਔਲਾਦ ਵੀ ਠੀਕ ਕਰ, ਹੋਰ ਕੀ ਚਾਹੀਦਾ? ਪਤਾ ਨਹੀਂ, ਕਹਿੰਦੇ ਉਹ ਗੱਲ ਜੀ ਬਣੀ ਨਹੀਂ ਜੋ ਸੋਚਦੇ ਸੀ, ਪਤਾ ਨਹੀਂ ਮਾਇਆ ਨਾਲ ਸਭ ਕੁਝ ਮਿਲ ਜਾਏ। ਹੁਣ ਬਿਮਾਰੀਆਂ ਨਹੀਂ ਖਹਿੜਾ ਛੱਡਦੀਆਂ। ਪਹਿਲਾਂ ਕਿਹਾ ਸੀ ਇਹ ਕੰਡਿਆਂ ਵਾਲਾ ਰਸਤਾ ਹੈ ਮਾਇਆ ਦਾ। ਸ਼ਾਂਤੀ ਨਾਮ ਵਿੱਚ ਆ, ਨਾਮ ਜਪਣ ਦੀ ਕੋਸ਼ਿਸ਼ ਨਹੀਂ ਕੀਤੀ। ਮਾਇਆ ਨਾਲ ਸ਼ਾਂਤੀ ਨੂੰ ਖਰੀਦਣ ਦਾ ਯਤਨ ਕੀਤਾ ਸੀ ਇਨਸਾਨ ਨੇ, ਪਰ ਮਾਇਆ ਨਾਲ ਨਾ ਸੁੱਖ ਨਾ ਸ਼ਾਂਤੀ, ਕੁਛ ਵੀ ਨਹੀਂ ਪ੍ਰਾਪਤ ਹੁੰਦਾ। ਗੁਰਬਾਣੀ ਦੀ ਫਿਰ ਕੀ ਲੋੜ ਸੀ? ਇਹਨੇ ਮਾਇਆ ਤੇ ਲੋਕਾਂ ਕੋਲ ਢੇਰ ਲੱਗੇ ਸੀ, ਫਿਰ ਗੁਰੂ ਨਾਨਕ ਸਾਹਿਬ ਨੂੰ ਆਉਣ ਦੀ ਕੀ ਲੋੜ ਸੀ? ਜੇ ਮਾਇਆ ਵਿੱਚ ਸੁੱਖ ਹੁੰਦਾ, ਰਾਵਣ ਦੀ ਲੰਕਾ ਸੋਨੇ ਦੀ, ਉਹ ਨਹੀਂ ਸੁਖੀ ਹੋਇਆ। ਵਿਚਾਰ ਕੇ ਦੇਖੋ, ਖਾਣੀਆਂ ਤਾਂ 2 ਰੋਟੀਆਂ ਹੁੰਦੀਆਂ, 4 ਕੱਪੜੇ ਹੁੰਦੇ ਨੇ, ਇੱਕ ਰਹਿਣ ਨੂੰ ਛੱਤ ਚਾਹੀਦੀ ਹੈ। ਚਲੋ ਚੰਗੀ ਬਣਾ ਲਓ ਛੱਤ, ਵਧੀਆ ਰੋਟੀ ਖਾ ਲਓ, ਚੰਗੇ ਕੱਪੜੇ ਪਾ ਲਓ, ਪਰ ਇਹ ਨਹੀਂ ਕਿ ਸਾਰਾ ਟਾਈਮ ਹੀ ਮਾਇਆ ਤੇ ਗਵਾਤਾ। ਹਾ ਹਾ ਹੂ ਹੂ ਕਰ ਛੱਡਿਆ, ਮਨੋਰੰਜਨ ਕਰ ਲਏ, ਨਾਚ ਗਾਣੇ ਕਰ ਲਏ, ਤੇ ਮੁੜ ਕੇ ਸ਼ਾਂਤੀ ਲੱਭਦੇ। ਕਵਨ ਮੁਖ ਚੰਦ ਹਿਵੈ ਘਰ ਛਾਇਆ। ਕਹਿੰਦੇ ਨੇ ਕਿਹੜੇ ਸਾਧਨ ਦੇ ਨਾਲ ਚੰਦ ਹੈ ਜੋ ਬਰਫ਼ ਦਾ ਘਰ ਹੈ ਨਾ, ਆਪਣੀ ਸੀਤਲਤਾ ਦਾ ਪ੍ਰਭਾਵ ਪਾਈ ਰੱਖੇ। ਇਹਦੀ ਸੀਤਲਤਾ ਦਾ ਪ੍ਰਭਾਵ ਸਾਡੇ ਅੰਦਰ ਬਣਿਆ ਰਹੇ। ਕਵਨ ਮੁਖ ਸੂਰਜ ਤਪੈ ਤਪਾਇਆ। ਕਿਸ ਸਾਧਨ ਨਾਲ ਗਿਆਨ ਰੂਪੀ ਸੂਰਜ ਤਪਾਇਆ ਤਪਦਾ ਰਹੇ। ਕਵਨ ਮੁਖ ਕਾਲ ਜੋਹਤ ਨਿਤ ਰਹੈ। ਕਿਹੜਾ ਸਾਧਨ ਕਰੀਏ ਜਿਹਦੇ ਨਾਲ ਕਾਲ ਨਿਤ ਤੱਕਣ ਤੋਂ ਹਟ ਜਾਵੇ। ਮੌਤ ਸਾਨੂੰ ਰੋਜ਼ ਦੇਖਦੀ ਰਹਿੰਦੀ ਹੈ, ਦੇਖਦੀ ਤਾਂ ਹੀ ਡਰ ਬਣਿਆ ਰਹਿੰਦਾ, ਕਿਤੇ ਐਕਸੀਡੈਂਟ ਨਾ ਹੋ ਜਾਏ, ਕਿਤੇ ਐ ਨਾ ਹੋ ਜਾਏ, ਕਿਤੇ ਐ ਨਾ ਹੋ ਜਾਏ। ਹਰ ਵਕਤ ਮਨ ਦੇ ਅੰਦਰ ਡਰ ਬਣਿਆ ਹੀ ਰਹਿੰਦਾ ਹੈ, ਮੌਤ ਕਿਉਂਕਿ ਦੇਖਦੀ ਰਹਿੰਦੀ ਹਮੇਸ਼ਾ ਸਾਨੂੰ। ਕਵਨ ਬੁੱਧ ਗੁਰਮੁਖ ਪਤ ਰਹੈ। ਉਹ ਕਿਹੜੀ ਸਮਝ ਹੈ ਜਿਹਦੇ ਨਾਲ ਗੁਰਮੁਖ ਦੀ ਇੱਜ਼ਤ ਰਹਿ ਆਉਂਦੀ ਹੈ। ਪ੍ਰਸ਼ਨ ਹੋ ਰਹੇ ਨੇ ਸਿੱਧਾਂ ਵੱਲੋਂ। ਕਵਨ ਜੋਧ ਜੋ ਕਾਲ ਸੰਘਾਰੈ। ਉਹ ਕਿਹੜਾ ਸੂਰਮਾ ਜਿਹੜਾ ਮੌਤ ਨੂੰ ਮਾਰ ਲੈਂਦਾ। ਬੋਲੇ ਬਾਣੀ ਨਾਨਕ ਵਿਚਾਰੈ। ਸਿੱਧਾਂ ਨੇ ਇਹਨਾਂ ਪ੍ਰਸ਼ਨਾਂ ਨੂੰ ਜਦੋਂ ਕੀਤਾ, ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਵਿਚਾਰਦਾ ਹਾਂ ਅਤੇ ਉੱਤਰ ਵਿੱਚ ਇਉਂ ਬਾਣੀ ਬੋਲਦਾ ਹਾਂ। ਬਾਬਾ ਲਹਿਣਾ ਜੀ ਨੂੰ ਦੱਸ ਰਹੇ ਨੇ, ਭਾਵ ਗੁਰੂ ਅੰਗਦ ਦੇਵ ਜੀ ਨੂੰ ਸੰਗਤਾਂ ਸਮੇਤ ਸੁਣਾ ਰਹੇ ਨੇ। ਸ਼ਬਦ ਭਾਖਤ ਸਸ ਜੋਤ ਅਪਾਰਾ। ਹੁਣ ਦੇਖੋ, ਧੰਨ ਗੁਰੂ ਨਾਨਕ ਦੇਵ ਜੀ ਹੀ ਜਵਾਬ ਦੇ ਸਕਦੇ, ਇਹਨਾਂ ਪ੍ਰਸ਼ਨਾਂ ਦਾ ਉੱਤਰ ਹੋਰ ਕੋਈ ਦੇ ਨਹੀਂ ਸਕਦਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਉਚਾਰਦਿਆਂ ਚੰਨ ਜਿਹੜਾ ਨਾ ਠੰਡੇ ਮਨ ਵਿੱਚ ਬੇਅੰਤ ਪ੍ਰਕਾਸ਼ ਹੋ ਜਾਂਦਾ ਹੈ। ਸ਼ਬਦ ਭਾਖਤ ਸਸ ਜੋਤ ਅਪਾਰਾ। ਸ਼ਬਦ ਨੂੰ ਭਾਖਤ ਤੋਂ ਭਾਵ ਉਚਾਰਦਿਆਂ, ਸ਼ਬਦ ਉਚਾਰਦਿਆਂ ਜਿਹੜਾ ਚੰਨ ਦਾ ਮਤਲਬ ਠੰਡਾ, ਕਿਉਂਕਿ ਇੱਥੇ ਥੋੜ੍ਹੀਆਂ ਜਿਹੀਆਂ ਇਹ ਚੀਜ਼ਾਂ ਵੀ ਆ ਜਾਂਦੀਆਂ ਨੇ, ਜਿੱਦਾਂ ਸੂਰਜ ਦੀ ਜਿਹੜੀ ਸੱਜੇ ਪਾਸੇ ਦੀ ਨਾਸਿਕਾ ਹੈ, ਖੱਬੇ ਪਾਸੇ ਚੰਦਰਮਾ ਵਾਲੀ ਨਾਸਿਕਾ, ਇੱਧਰੋਂ ਸਵਾਸ ਚੜਾਉਣੇ, ਇੱਧਰ ਉਤਾਰਨੇ, ਪੂਰਕ ਕੁੰਭਕ ਰੇਚਕ ਦੀ ਉਹ ਕਿਰਿਆ ਇਸ਼ਾਰੇ ਮਾਤਰ ਦੱਸ ਰਹੇ ਨੇ। ਮਹਾਰਾਜ ਕਹਿੰਦੇ ਅਸਲ ਵਿੱਚ ਇਹ ਕਿਰਿਆ ਜਿਹੜੀ ਤੁਸੀਂ ਕਰਦੇ ਹੋ, ਇਹ ਕਰਨ ਦੀ ਲੋੜ ਨਹੀਂ, ਸ਼ਬਦ ਨਾਲ ਹੀ ਸ਼ਾਂਤੀ ਹੋ ਜਾਂਦੀ ਹੈ ਅਤੇ ਠੰਡੇ ਮਨ ਵਿੱਚ ਬੇਅੰਤ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਉਹ ਪ੍ਰਕਾਸ਼ ਠੰਡਾ ਵੀ ਬਹੁਤ ਹੈ। ਇੱਕ ਤਾਂ ਉਹ ਲਾਈਟ ਹੈ ਜਿਹੜੀ ਤਪਸ਼ ਦਿੰਦੀ, ਸੂਰਜ ਦੀ ਧੁੱਪ ਤਪਸ਼ ਦਿੰਦੀ ਹੈ, ਚੰਦਰਮਾ ਦੀ ਚਾਂਦਨੀ ਥੋੜ੍ਹੀ ਸ਼ਾਂਤੀ ਦਿੰਦੀ ਹੈ, ਪਰ ਜਿਹੜੀ ਨਾਮ ਦੀ ਸ਼ਾਂਤੀ ਆ, ਨਾਮ ਦਾ ਪ੍ਰਕਾਸ਼ ਆ, ਉਹ ਠੰਡ ਪਾ ਦਿੰਦਾ ਜੀਵਾਂ ਨੂੰ। ਸੱਸ ਘਰ ਸੂਰ ਵਸੈ ਮਿਟੈ ਅੰਧਿਆਰਾ। ਮਨ ਚੰਨ ਰੂਪ ਘਰ ਵਿੱਚ ਗਿਆਨ ਰੂਪੀ ਸੂਰਜ ਆ ਵਸਦਾ ਹੈ। ਦੇਖੋ, ਮਨ ਰੂਪੀ ਜਿਹੜਾ ਮਨ ਹੈ ਨਾ, ਚੰਨ ਰੂਪ ਘਰ ਵਿੱਚ ਗਿਆਨ ਰੂਪੀ ਸੂਰਜ ਆ ਕੇ ਵਸਦਾ ਹੈ। ਇੱਥੇ ਸੂਰਜ ਉਹ ਸੂਰਜ ਨਹੀਂ ਜਿਹੜਾ ਆਪਾਂ ਦੇਖਦੇ ਹਾਂ, ਇੱਥੇ ਸੂਰਜ ਦਾ ਅਰਥ ਹੈ ਪ੍ਰਕਾਸ਼, ਗਿਆਨ ਰੂਪੀ ਪ੍ਰਕਾਸ਼। ਉਹ ਆ ਕੇ ਵਸਦਾ ਅਤੇ ਅਗਿਆਨਤਾ ਰੂਪ ਹਨੇਰਾ ਦੂਰ ਹੋ ਜਾਂਦਾ। ਮਿਟੈ ਅੰਧਿਆਰਾ। ਅਗਿਆਨਤਾ ਦਾ ਹਨੇਰਾ ਹੀ ਜੀਵ ਨੂੰ ਤੰਗ ਕਰਦਾ। ਸੁੱਖ ਦੁੱਖ ਸਮ ਕਰ ਨਾਮ ਆਧਾਰਾ। ਜਦੋਂ ਦੁੱਖ ਅਤੇ ਸੁੱਖ ਇੱਕੋ ਜਿਹਾ ਕਰਕੇ ਮਨੁੱਖ ਨਾਮ ਨੂੰ ਜੀਵਨ ਦਾ ਆਸਰਾ ਬਣਾ ਲੈਂਦਾ, ਕਿਉਂਕਿ ਇਹ ਇੱਕ ਚੀਜ਼ ਦੇਖਣ ਵਿੱਚ, ਜੇ ਨਾਮ ਜਪਣ ਵਾਲਾ ਕੋਈ ਸ਼ੁਰੂ ਹੋਇਆ ਨਵਾਂ ਕੋਈ ਦੁੱਖ ਆ ਗਿਆ, ਉਹ ਲਓ ਚੰਗਾ ਨਾਮ ਜਪਣ ਲੱਗੇ, ਚੰਗੀ ਬਾਣੀ ਪੜ੍ਹਨ ਲੱਗੇ, ਦੁੱਖ ਹੀ ਨਹੀਂ ਹਟਦੇ, ਹੁਣ ਤਾਂ ਬਾਣੀ ਛੱਡ ਹੀ ਦੇਣੀ ਆ, ਹੁਣ ਨਿਤਨੇਮ ਨਹੀਂ ਕਰਨਾ। ਭੋਲੇ ਪੰਛੀ, ਪਹਿਲਾਂ ਇਹ ਤੈਨੂੰ ਸਿਧਾਂਤ ਕਹਿੰਦੇ ਦੱਸ ਦਈਏ ਗੁਰਮੁਖਾ ਪਿਆਰਿਆ,
ਇਹ ਪਹਿਲਾਂ ਸੋਚ ਲੈ ਕਿ ਦੁੱਖ ਤੇ ਸੁੱਖ ਜਦੋਂ ਆਉਣ ਤਾਂ ਉਹ ਗੁਰਬਾਣੀ ਨਾਲ ਨਹੀਂ ਜੋੜਨੇ ਵੀ ਮੈਂ ਚੰਗੀ ਬਾਣੀ ਪੜ੍ਹਨ ਲੱਗਿਆ। ਜੇ ਬਾਣੀ ਪੜ੍ਹਦਿਆਂ ਸੁੱਖ ਆ ਗਿਆ ਤੇ ਫਿਰ ਛਾਲਾਂ ਮਾਰਨੀਆਂ। ਉਹ ਇੱਕ ਕਰਮਾਂ ਦਾ ਟਰੈਕ ਵੱਖਰਾ ਚੱਲਦਾ। ਪਿਛਲੇ ਜਨਮ ਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਦੁੱਖ ਸੁੱਖ ਨਾਲ ਚੱਲਦੇ ਨੇ। ਉਹਨਾਂ ਨੂੰ ਆਈ ਜਾਣ ਦਿਓ, ਆਪਣੇ ਥਾਂ 'ਤੇ ਨੇ। ਬਾਣੀ ਆਪਾਂ ਆਪਣੇ ਥਾਂ 'ਤੇ ਪੜ੍ਹ ਰਹੇ ਹਾਂ। ਮਿਹਨਤ ਮੁਸ਼ੱਕਤ ਹੈ ਨਾ। ਇੱਕ ਬੰਦਾ ਕੁਝ ਕਲਾਸਾਂ ਪੜ੍ਹੀਆਂ, ਥੋੜ੍ਹੀ ਜਿਹੀ ਇੱਕ ਨੌਕਰੀ ਮਿਲ ਗਈ, ਫਿਰ ਨਾਲ ਉਹਨੇ ਇੱਕ ਹੋਰ ਕੋਰਸ ਵੀ ਸ਼ੁਰੂ ਕਰ ਲਿਆ। ਹੁਣ ਜਦੋਂ ਉਹਨੇ ਛੋਟੀ ਜਿਹੀ ਇੱਕ ਨੌਕਰੀ ਕੀਤੀ, ਥੋੜ੍ਹੇ ਜਿਹੇ ਪੈਸੇ ਮਿਲਦੇ ਰਹੇ, ਹੁਣ ਉਹ ਕਰੇ ਮੈਂ ਤਾਂ ਵੱਡੀ ਪੜ੍ਹਾਈ ਕਰ ਰਿਹਾ। ਵੱਡੀ ਪੜ੍ਹਾਈ ਕਰਕੇ ਜਦੋਂ ਡਿਪਲੋਮਾ ਕਰਕੇ ਸਰਟੀਫਿਕੇਟ ਲੈ ਕੇ ਅਗਲੀ ਨੌਕਰੀ 'ਤੇ ਲੱਗੇਗਾ ਤਾਂ ਤਨਖਾਹ ਵਧਣੀ ਹੈ। ਹੁਣ ਇਹ ਤੈਨੂੰ ਕਿੱਥੋਂ ਤੇਰੀ ਡਿਪਲੋਮੇ ਦੀ ਤਨਖਾਹ ਦੇ ਦੇਣ। ਮਹਾਰਾਜ ਕਹਿੰਦੇ ਨੇ ਹੁਣ ਜਦੋਂ ਇਹ ਸ਼ੁਰੂ ਕੀਤੀ ਹੈ ਨਾ ਗੁਰਬਾਣੀ ਪੜ੍ਹਨੀ, ਸੰਗਤ ਕਰਨੀ, ਇਹਦਾ ਫਲ ਵੀ ਮਿਲੂਗਾ। ਥੋੜ੍ਹਾ ਸਮਾਂ ਲੱਗੂਗਾ। ਪਹਿਲਾਂ ਪਿਛਲਾ ਨਾਲ ਭੁਗਤਾਨ ਹੋ ਰਿਹਾ, ਉਹਨੂੰ ਭਾਣੇ ਵਿੱਚ ਲਿਆਉਣਾ। ਕਹਿੰਦੇ ਜਦੋਂ ਦੁੱਖ ਸੁੱਖ ਇੱਕੋ ਜਿਹਾ ਕਰਕੇ ਮਨੁੱਖ ਨਾਮ ਨੂੰ ਜੀਵਨ ਦਾ ਆਧਾਰ ਬਣਾ ਲੈਂਦਾ, ਫਿਰ ਕੀ ਹੁੰਦਾ? ਆਪੇ ਪਾਰ ਉਤਾਰਨਹਾਰਾ। ਤਦੋਂ ਕਹਿੰਦੇ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਲਾ ਵਾਹਿਗੁਰੂ ਆਪ ਹੀ ਇਹਨੂੰ ਪਾਰ ਕਰਦਾ। ਗੁਰ ਪਰਚੈ ਮਨ ਸਾਚ ਸਮਾਏ। ਜਦੋਂ ਗੁਰੂ ਪਰਚ ਜਾਂਦਾ, ਮਨ ਸੱਚੇ ਪ੍ਰਭੂ ਵਿੱਚ ਲੀਨ ਹੋ ਜਾਂਦਾ। ਜਦੋਂ ਸਤਿਗੁਰੂ ਜੀ ਦੇਖ ਲੈਣ ਕਿ ਹੁਣ ਇਹ ਮੇਰਾ ਸਿੱਖ ਪੂਰਾ ਉਤਰਿਆ ਹੈ, ਉਦੋਂ ਕਿਰਪਾ ਵੀ ਕਰਦੇ ਨੇ, ਪਤੀਤ ਜਾਂਦੇ ਨੇ, ਪਰਖਾਂ ਵੀ ਲੈਂਦੇ ਨੇ। ਕਿਉਂਕਿ ਦੁੱਖ ਅਤੇ ਸੁੱਖ ਪਰਖਾਂ ਨੂੰ, ਕਿਸੇ ਨੂੰ ਤਾਂ ਬਹੁਤ ਦੁੱਖ ਦੇ ਕੇ ਪਰਖਦੇ ਨੇ, ਕਿਸੇ ਨੂੰ ਬਹੁਤ ਸੁੱਖ ਦੇ ਕੇ ਪਰਖਦੇ ਨੇ। ਕਈ ਤਾਂ ਦੁੱਖ ਫਿਰ ਦੌੜ ਜਾਂਦੇ, ਦੁੱਖ ਨੂੰ ਦੇਖ ਕੇ ਫੇਲ ਹੋ ਗਿਆ। ਕਈ ਸੁੱਖ ਦੇਖ ਕੇ ਰਹਿਤ ਬਹਿਤ ਸਭ ਛੱਡੀ ਤੇ ਮੌਜਾਂ ਮਾਣਨ ਲੱਗ ਜਾਂਦੇ, ਉਹ ਵੀ ਫੇਲ ਹੋ ਗਿਆ। ਨਹੀਂ, ਦੁੱਖ ਅਤੇ ਸੁੱਖ ਤਾਂ ਸਾਡਾ ਇੱਕ ਇਮਤਿਹਾਨ ਹੈ, ਪਰਖ ਦੀ ਘੜੀ ਹੈ। ਬਹੁਤ ਸੁੱਖ ਆ ਜੇ, ਬਹੁਤ ਦੁੱਖ ਆ ਜੇ, ਇਹ ਮਾਇਆ ਦੀਆਂ ਉਪਾਧੀਆਂ ਹੀ ਨੇ ਸਾਰੀਆਂ। ਆਤਮਿਕ ਆਨੰਦ ਤਾਂ ਨਹੀਂ ਆਇਆ। ਪ੍ਰਣਵਤ ਨਾਨਕ ਕਾਲ ਨਾ ਖਾਏ। ਸਤਿਗੁਰੂ ਜੀ ਕਹਿੰਦੇ ਮੈਂ ਬੇਨਤੀ ਕਰਦਾ ਭਾਈ ਸਾਰਿਆਂ ਨੂੰ ਕਿ ਅਜਿਹੇ ਜੀਵ ਨੂੰ ਮੌਤ ਨਹੀਂ ਖਾਂਦੀ, ਉਹਦੇ ਨੇੜੇ ਨਹੀਂ ਢੁਕਦੀ। ਕਿਉਂ? ਕਿਉਂਕਿ ਉਹਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੂੰ ਕਮਾਇਆ। ਇਹ ਜਿਹੜੇ ਨਾ ਚੰਨ ਅਤੇ ਸੂਰਜ ਦੀ ਵਰਤੋਂ ਇੱਥੇ ਕੀਤੀ ਹੈ ਨਾ ਜੋਗੀਆਂ ਦੇ ਵਾਸਤੇ, ਇਸ ਮਨ ਵਿੱਚ ਕਿਵੇਂ ਚੰਦ ਸਮਾਨ ਸੀਤਲਤਾਈ ਰਹੇ ਅਤੇ ਮਨ ਵਿੱਚ ਕਿਵੇਂ ਗਿਆਨ ਰੂਪ ਸੂਰਜ ਪ੍ਰਕਾਸ਼ ਦਾ ਰਹੇ। ਸ਼ਬਦ ਦੀ ਕਮਾਈ ਨਾਲ, ਨਾਮ ਸਿਮਰਨ ਨਾਲ ਮਨ ਵਿੱਚ ਸੀਤਲਤਾ ਅਤੇ ਆਤਮਿਕ ਗਿਆਨ ਨਾਲ ਬਿਰਤੀ ਅਖੰਡਾਕਾਰ ਹੁੰਦੀ ਹੈ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸੋ ਇਸ ਕਰਕੇ ਜਿਹੜੇ ਲੋਕ ਸਿਰਫ ਸ਼ਬਦਾਂ ਦੇ ਅਰਥ ਕਰਦੇ ਨੇ, ਵਿਦਵਾਨਾਂ ਅਨੁਸਾਰ ਮਨੁੱਖ ਦੀ ਆਪਣੀ ਸਮਝ ਗੁਰੂ ਦੇ ਗਿਆਨ ਤੋਂ ਬਿਨਾਂ ਇਉਂ ਨਿੱਘ ਤੋਂ ਸੱਖਣੀ ਤੇ ਹਨੇਰੀ, ਜਿਵੇਂ ਸੂਰਜ ਦੀ ਗਰਮੀ ਨਾਲ ਚਾਨਣਾ ਪੈਣ ਤੋਂ ਬਿਨਾਂ ਚੰਨ ਦੀ ਹਾਲਤ ਹੁੰਦੀ ਹੈ। ਨਿਰਾ ਪੂਰਾ ਸ਼ਬਦਾਰਥ ਹੀ ਨਹੀਂ, ਅਭਿਆਸੀ ਬਣੇ ਨਾਮ ਦਾ। ਕਾਲ ਨੂੰ ਸੰਘਾਰਨ ਦੀ ਜਿਹੜੀ ਜੁਗਤੀ ਹੈ ਕਿ ਨਿਸ਼ਚੇ ਕਰਕੇ ਮਨ ਜਿਹੜਾ ਸਤਿਗੁਰੂ ਦੇ ਰਸ ਭਰਪੂਰ ਸ਼ਬਦ ਵਿੱਚ ਸਮਾ ਜਾਵੇ ਅਤੇ ਸਤਿਗੁਰੂ ਦੇ ਸ਼ਬਦ ਨਾਲ ਪਰਚਾ ਪਾਉਣ ਵਾਲੀ ਬੁੱਧੀ ਨਾਲ ਹੀ ਰੱਬੀ ਦਰਗਾਹ ਵਿੱਚ ਪਤ ਬਣਦੀ, ਇੱਜ਼ਤ ਬਣਦੀ ਬੰਦੇ ਦੀ। ਇਸ ਕਰਕੇ ਸਾਨੂੰ ਲੋੜ ਹੈ ਮਨ ਵਾਹਿਗੁਰੂ ਵਿੱਚ ਜੋੜਨਾ, ਟਿਕਾ ਕੇ ਰੱਖਣਾ। ਨਾਮ ਤਤ ਸਭ ਹੀ ਸਿਰ ਜਾਪੈ। ਹੁਣ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਨਾਮ ਤੱਤ ਸਭ ਤੋਂ ਸ਼੍ਰੋਮਣੀ ਹੈ। ਨਾਮ ਤੱਤ ਸਭ ਹੀ ਸਿਰ ਜਾਪੈ। ਇਹ ਜਿਹੜਾ ਤੱਤ ਨਿਚੋੜ ਅਸਲੀਅਤ ਇਹ ਹੈ ਕਿ ਸਭ ਹੀ ਸਿਰ ਦਾ ਮਤਲਬ ਹੁੰਦਾ ਸਾਰੇ ਤੱਤਾਂ ਤੋਂ ਸ਼੍ਰੋਮਣੀ, ਸਭ ਤੋਂ ਸਿਰੇ ਦਾ ਤੱਤ ਜਿਹੜਾ ਨਾਮ। ਬਿਨ ਨਾਵੈ ਦੁੱਖ ਕਾਲ ਸੰਤਾਪੈ। ਨਾਮ ਤੋਂ ਬਿਨਾਂ ਮੌਤ ਰੂਪੀ ਡਰ ਜਿਹੜਾ ਨਾ ਬੰਦੇ ਨੂੰ ਸਤਾਉਂਦਾ, ਦੁੱਖ ਦਿੰਦਾ। ਨਾਮ ਤੋਂ ਬਿਨਾਂ ਹਮੇਸ਼ਾ ਦੁਖੀ ਰਹਿੰਦਾ। ਤੱਤੋ ਤੱਤ ਮਿਲੈ ਮਨ ਮਾਨੈ। ਪਰਮਾਤਮਾ ਤੱਤ ਨਾਲ ਜਦੋਂ ਜੀਵ ਆਤਮਾ ਦਾ ਤੱਤ ਮਿਲਦਾ ਹੈ ਨਾ, ਪਰਮਾਤਮਾ ਜੀਵ ਆਤਮਾ, ਪਰਮਾਤਮਾ ਰੂਪੀ ਤੱਤ ਨਾਲ ਜਦੋਂ ਜੀਵ ਆਤਮਾ ਰੂਪੀ ਤੱਤ ਮਿਲਦਾ ਤਾਂ ਮਨ ਪਤੀਜ ਜਾਂਦਾ ਹੈ। ਪਹਿਲਾਂ ਨਹੀਂ ਪਤੀਜਦਾ, ਕਿਉਂਕਿ ਇੱਕ ਨਿੱਕੀ ਜਿਹੀ ਬੂੰਦ ਨੂੰ ਤਾਂ ਡਰ ਹੀ ਰਹਿੰਦਾ, ਉੱਡ ਨਾ ਜਾਵਾਂ, ਸੁੱਕ ਨਾ ਜਾਵਾਂ, ਆਹ ਨਾ ਹੋ ਜੇ, ਐ ਨਾ ਹੋ ਜੇ। ਛੋਟੇ ਭਾਂਡੇ 'ਚ ਪਾਣੀ ਪਿਆ, ਉਹਨੂੰ ਡਰ ਹੀ ਰਹਿੰਦਾ ਨਾ, ਡੁੱਲਣ ਦਾ, ਮੁੱਕਣ ਦਾ, ਸੁੱਕਣ ਦਾ, ਗੰਦੇ ਹੋਣ ਦਾ। ਪਰ ਜਦੋਂ ਉਹ ਸਮੁੰਦਰ ਵਿੱਚ ਪਾ ਦਈਏ ਛੋਟੇ ਭਾਂਡੇ ਦਾ ਪਾਣੀ, ਤਾਂ ਉਹ ਉਸੇ ਵਕਤ ਤਾਕਤਵਰ ਹੋ ਜਾਂਦਾ, ਕਿਉਂਕਿ ਉਹ ਸਮੁੰਦਰ 'ਚ ਲੀਨ ਹੋ ਗਿਆ। ਜੀਵ ਆਤਮਾ ਜਦੋਂ ਪਰਮਾਤਮਾ 'ਚ ਲੀਨ ਹੁੰਦੀ ਹੈ ਨਾ, ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਿਧਾ ਅੰਤਰ ਮਰੈ।
ਮਿਹਨਤ ਹੈ, ਅਭਿਆਸ। ਸਾਡੀ ਮਿਹਨਤ ਹੋਰ ਪਾਸੇ ਚੱਲ ਰਹੀ ਹੈ। ਮਿਹਨਤ ਕਰਨੀ ਚਾਹੀਦੀ ਸੀ ਨਾਮ ਤੇ, ਮਿਹਨਤ ਹੋਰ ਪਾਸੇ ਜਾ ਰਹੀ ਹੈ ਔਰ ਬੇਕਾਰ ਹੋ ਜਾਣੀ ਹੈ ਇੱਕ ਦਿਨ। ਤੱਤੋ ਤੱਤ ਮਿਲੇ ਮਨ ਮਾਨੈ। ਫਿਰ ਹੁਣ ਮਨ ਮੰਨ ਗਿਆ, ਫਿਰ ਕੀ ਹੁੰਦਾ? ਦੂਜਾ ਜਾਏ ਇੱਕ ਘਰ ਆਨੈ। ਉਹ ਦੂਜਾ ਭਾਵ ਮਨ ਚੋਂ ਮਿਟ ਜਾਂਦਾ ਜਿਹੜਾ ਪਹਿਲਾਂ ਸੀ ਕਿ ਮੈਂ ਛੋਟਾ ਭਾਂਡਾ, ਉਹ ਸਮੁੰਦਰ ਵੱਡਾ ਹੈ। ਜਦੋਂ ਸਮੁੰਦਰ ਰੂਪੀ ਪਰਮਾਤਮਾ ਵਿੱਚ ਜੀਵ ਆਤਮਾ ਮਿਲਿਆ ਤਾਂ ਉਹ ਮਨ ਦੇ ਅੰਦਰੋਂ ਛੋਟਾਪੁਣਾ ਮੁੱਕ ਗਿਆ, ਨਾਨਾਪੁਣਾ ਮੁੱਕ ਗਿਆ ਅਤੇ ਜੀਵ ਇੱਕ ਘਰ ਵਿੱਚ ਆ ਕੇ ਟਿਕ ਜਾਂਦਾ ਹੈ, ਆਨੰਦਮਈ ਅਵਸਥਾ 'ਚ ਟਿਕ ਜਾਂਦਾ, ਉਹਦਾ ਹੀ ਰੂਪ ਹੋ ਜਾਂਦਾ ਹੈ। ਬੋਲੇ ਪਵਨਾ ਗਗਨ ਗਰਜੈ। ਸ਼ਬਦ ਬੋਲਦਾ ਅਤੇ ਦਸਮ ਦੁਆਰ ਉਸ ਸ਼ਬਦ ਦੀ ਗੂੰਜ ਨਾਲ ਗੱਜਦਾ ਹੈ। ਮਹਾਰਾਜ ਕਹਿੰਦੇ ਤੁਸੀਂ ਲੋਕ ਜਿਉਂ ਸਵਾਸਾਂ ਨੂੰ ਝੁਰਾਉਣ ਲੱਗਦੇ ਹੋ, ਪਤਾ ਨਹੀਂ ਕਿੰਨੇ ਸਾਲ ਲੰਘ ਜਾਂਦੇ ਨੇ, ਗੜ ਗੜ ਦੀ ਆਵਾਜ਼ ਆਉਂਦੀ ਹੈ। ਕਿਉਂਕਿ ਰੂਹਾਨੀ ਲਾਈਨ ਦੇ ਉੱਤੇ ਬਹੁਤ ਸਾਡੀ ਕੌਮ ਜਿਹੜੀ ਆ ਉਹ ਬਹੁਤ ਲੋਕ ਨਹੀਂ ਚੱਲਦੇ। ਉਹ ਸਿਰਫ ਇੰਨੇ ਨੂੰ ਵੱਡਾ ਮੰਨਦੇ ਨੇ ਕਿ ਚਲੋ ਹੁਣ ਮੈਂ ਗੁਰਦੁਆਰੇ ਜਾ ਆਇਆ, ਮੱਥਾ ਟੇਕ ਲਿਆ, ਭੱਜਿਆ ਗਿਆ, ਭੱਜਿਆ ਆਇਆ, ਚਲੋ ਕਿਸੇ ਨੇ ਅੰਮ੍ਰਿਤ ਵੀ ਛਕ ਲਿਆ, 5 ਕਕਾਰ ਪਾਏ ਅਤੇ 5 ਬਾਣੀਆਂ ਪੜ੍ਹੀਆਂ, ਰਹਿ ਰਾਸ ਕੀਰਤਨ ਸੋਲਾ, ਚਲੋ ਮੰਨ ਲਓ ਕ੍ਰਹਿਤਾਂ ਤੋਂ ਹੀ ਬਚਿਆ, ਉਹੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਦਾ। ਇੱਥੇ ਗੱਲ ਮੁੱਕ ਨਹੀਂ ਜਾਂਦੀ, ਬਹੁਤ ਅੱਗੇ ਜਾਣ ਦੀ ਲੋੜ ਹੈ ਹਲੇ। ਸੋ ਜਿਵੇਂ ਅਭਿਆਸ ਕਰਦਿਆਂ ਅਭਿਆਸ ਦੇ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਉੱਪਰਲੀ ਛੱਤ 'ਤੇ ਬੈਠੇ ਅਭਿਆਸ ਕਰ ਰਹੇ ਸੀ। ਤੋ ਸਰਾਂ ਦੇ ਵਿੱਚ ਆ ਕੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੂੰ ਦੱਸਿਆ, ਕਹਿੰਦੇ ਜੀ ਅੱਜ ਬਹੁਤ ਵੱਡੇ ਧਮਾਕੇ ਹੋਏ ਨੇ, ਪਤਾ ਨਹੀਂ ਮੈਂ ਤਾਂ ਅਸਮਾਨ 'ਚ ਕੋਈ ਬੱਦਲ ਨਹੀਂ ਦੇਖਿਆ, ਕੋਈ ਜਹਾਜ਼ ਨਹੀਂ ਦੇਖਿਆ, ਉਹ ਧਮਾਕੇ ਬੜੇ ਜ਼ਬਰਦਸਤ ਸੀ। ਕਹਿੰਦੇ ਮਹਾਂਪੁਰਸ਼ ਹੱਸ ਕੇ ਕਹਿੰਦੇ ਕੁਛ ਨਹੀਂ ਹੋਇਆ, ਦਸਮ ਦੁਆਰ ਖੁੱਲ੍ਹਿਆ। ਕਹਿੰਦੇ ਇੰਨੇ ਵੱਡੇ ਧਮਾਕੇ ਉਹ ਇਸ ਤਰ੍ਹਾਂ ਹੀ ਹੁੰਦੇ ਨੇ। ਭਾਈ ਰਘਬੀਰ ਸਿੰਘ ਜੀ ਬੀਰ ਨੇ ਬੰਦਗੀਨਾਮਾ ਪੁਸਤਕ ਵਿੱਚ ਲਿਖਿਆ ਹੋਇਆ ਸਾਰਾ ਕੁਛ। ਤੋ ਇਸ ਕਰਕੇ ਇਹ ਜਦੋਂ ਇਸ ਲਾਈਨ 'ਤੇ ਚੱਲਦੇ ਆ, ਉਹ ਲਾਈਨ ਦੇ ਬੰਦੇ ਤਾਂ ਕੋਈ ਜ਼ਿੰਦਗੀ 'ਚ ਲੱਖਾਂ 'ਚੋਂ ਇੱਕ ਬੰਦਾ ਮਿਲਦਾ ਕਦੇ ਕਦੇ, ਜਿਹੜਾ ਇਸ ਗੱਲ ਨਾਲ ਸਹਿਮਤ ਹੋ ਜਾਂਦਾ। ਸਧਾਰਨ ਵਿਅਕਤੀ ਤਾਂ ਇਹਨਾਂ ਗੱਲਾਂ ਨੂੰ ਮਖੌਲ 'ਚ ਲੈ ਜਾਂਦੇ ਨੇ। ਉਹ ਕਹਿੰਦੇ ਇਹ ਸਾਰੀਆਂ ਗੱਲਾਂ ਐਵੇਂ ਹੀ ਨੇ। ਬੋਲੇ ਪਵਨਾ ਗਗਨ ਗਰਜੈ, ਹਰ ਜੀਵ ਗੁਫਾ ਅੰਦਰ ਰੱਖੈ। ਵਾਜਾ ਪਵਨ ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਵਨੇ, ਤਿਸ ਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਗਗਨ ਗਰਜਦਾ ਹੈ, 10ਵਾਂ ਦੁਆਰ ਖੁੱਲ੍ਹਦਾ ਤਾਂ ਪ੍ਰਕਾਸ਼ ਹੀ ਪ੍ਰਕਾਸ਼। ਨਾਨਕ ਨਿਹਚਲ ਮਿਲਣ ਸਹਿਜੈ। ਧੰਨ ਗੁਰੂ ਨਾਨਕ ਜੀ ਫਰਮਾਉਂਦੇ ਕਿ ਜਦੋਂ ਮਨ ਨਿਹਚਲ ਹੋ ਜਾਂਦਾ ਨਾ, ਟਿਕ ਜਾਂਦਾ, ਬਿਲਕੁਲ ਕਿਸੇ ਚੀਜ਼ ਦੀ ਤਮੰਨਾ ਨਹੀਂ, ਇੱਛਾ ਨਹੀਂ, ਉਦੋਂ ਨਾਮ ਦੁਆਰਾ ਵਾਹਿਗੁਰੂ ਨਾਲ ਸਹਿਜੇ ਹੀ ਮੇਲ ਹੋ ਜਾਂਦਾ ਹੈ। ਕਿਉਂਕਿ ਇਹਨਾਂ ਪੌੜੀਆਂ 'ਚ ਦੇਖੋ ਕਿੰਨਾ ਸੁੰਦਰ ਉਪਦੇਸ਼ ਮਹਿਮਾ ਨਾਮ ਦੀ ਦਰਸਾਈ ਹੈ। ਸਭ ਕਰਮਾਂ ਤੋਂ ਸ੍ਰੇਸ਼ਟ ਦੱਸਿਆ ਨਾ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸ਼ਬਦ ਦੇ ਜਾਪ ਨਾਲ ਮਨੁੱਖ ਜਿਹੜਾ ਨਾ ਉਹ ਹਿਰਦੇ ਅੰਦਰ ਚੰਦਰਮਾ ਵਰਗੀ ਠੰਡਕ ਅਤੇ ਸੂਰਜ ਵਰਗਾ ਚਾਨਣ ਦੇਣ ਵਾਲੀ ਜੋਤ ਜਗਾ ਲੈਂਦਾ। ਸ਼ਬਦ ਦੇ ਨਾਲ ਜੋਤ ਜਗ ਪੈਂਦੀ ਅਭਿਆਸ ਕਰਦਿਆਂ। ਜੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਰਸਨਾ ਨਾਲ ਨਾਮ ਜਪਣ ਵਾਸਤੇ, ਫਿਰ ਦੇਖੋ ਰਸਨਾ ਜਪੀਐ ਏਕ ਨਾਮ, ਈਹਾਂ ਸੁਖ ਆਨੰਦ ਕਨਾ, ਆਗੈ ਜੀ ਕੈ ਸੰਗ ਕਾਮ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਕਹਿੰਦੇ ਯਾਰ ਰਾਤ ਨੂੰ 2 ਵਜੇ ਬਾਹਰ ਖੇਤਾਂ 'ਚ ਬੈਠਾ ਆਪਣੇ ਕਮਰੇ 'ਚ, ਘਰਦਿਆਂ ਨੇ ਜੋ ਪਾ ਕੇ ਦਿੱਤਾ ਬਈ ਉੱਥੇ ਅਭਿਆਸ ਕਰਨਾ ਬਹਿ ਕੇ। ਕਹਿੰਦੇ ਅਚਾਨਕ ਦੇਖਿਆ 3 ਵਜੇ 4 ਵਜੇ ਸਵੇਰੇ, ਜਿੱਥੇ ਹਿਰਦਾ ਨਾ ਧੁੰਨੀ ਤੋਂ ਇੱਕ ਚੱਪਾ ਉੱਪਰਲੇ ਪਾਸੇ, ਕਹਿੰਦੇ ਮੈਨੂੰ ਚਾਨਣ ਜਿਹਾ ਦਿਖਿਆ। ਮੈਂ ਸੋਚਿਆ ਮੇਰੇ ਕੱਪੜਿਆਂ ਨੂੰ ਅੱਗ ਲੱਗ ਗਈ, ਮੈਂ ਆਪਣਾ ਛੇਤੀ ਨਾਲ ਹੱਥ ਮਾਰਿਆ ਉੱਪਰ ਬੁਝਾਉਣ ਲਈ, ਉਹ ਫੇਰ ਵੀ ਦਿਖੀ, ਫਿਰ ਕੁੜਤਾ ਲਾ ਕੇ ਸੁੱਟਤਾ। ਕਹਿੰਦੇ ਉਹ ਮੈਨੂੰ ਪ੍ਰਕਾਸ਼ ਜਿਹਾ ਫੇਰ ਹੀ ਦਿਖਿਆ। ਉਹ ਇਹ ਤਾਂ ਜੋਤ ਜਗਦੀ ਅੰਦਰ, ਇਹ ਉਹ ਨਜ਼ਰ ਆ ਜਾਂਦੀ ਹੈ। ਉਹ ਜੋਤ ਫੈਲਦੀ ਸਰੀਰ ਵਿੱਚ, ਕਮਰੇ ਵਿੱਚ, ਹੌਲੀ ਹੌਲੀ ਦੂਰ ਹੁੰਦੀ ਪੂਰੇ ਬ੍ਰਹਿਮੰਡ ਵਿੱਚ ਫਿਰ ਨਜ਼ਰ ਆਉਣ ਲੱਗ ਪਈ। ਸੇਕ ਨੇਹ ਆ ਜਿਨ੍ਹਾਂ ਦਾ ਜੀਵਨ ਆਪ ਜੀ ਨੇ ਪੜ੍ਹਿਆ ਵੀ ਹੈ, ਸੰਗਤਾਂ ਨੇ ਨਹੀਂ ਪੜ੍ਹਿਆ ਜ਼ਰੂਰ ਪੜ੍ਹੋ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਨਾਮ ਜਪਣ ਨਾਲ ਮਨ ਨਿਰਮਲ ਹੁੰਦਾ, ਮਤ ਉਜਲ ਹੁੰਦੀ ਹੈ। ਜਦੋਂ ਮਨ ਵਿੱਚੋਂ ਦਵੈਤ ਭਾਵ ਨਿਕਲਦਾ ਉਦੋਂ ਨਾਮ ਦੀ ਸ਼ਕਤੀ ਕਾਇਮ ਹੋ ਜਾਂਦੀ ਹੈ। ਇਹ ਜੀਵ ਜਿਹੜਾ ਨਾ ਤੱਤ ਦਾ ਪਰਮ ਤੱਤ ਨਾਲ ਮੇਲ ਹੁੰਦਾ, ਕਿਉਂਕਿ ਜੀਵ ਤੱਤ ਪਰਮ ਤੱਤ 2 ਹੀ ਤੱਤ ਨੇ। ਫਿਰ ਜੀਵ ਤੱਤ ਦਾ ਪਰਮ ਤੱਤ ਨਾਲ ਜਦੋਂ ਮੇਲ ਹੋ ਜਾਂਦਾ ਹੈ, ਜਿਹੜੀਆਂ ਆਵਾਜ਼ਾਂ ਧੁਨੀਆਂ ਜੋਗੀ ਲੋਕ ਸਮਾਧੀਆਂ ਲਾ ਕੇ ਸੁਣਦੇ, ਉਹ 10ਵੇਂ ਦੁਆਰ ਦੇ ਵਿੱਚ ਅਨਹਦ ਸ਼ਬਦ ਵੱਜਣ ਦੀਆਂ ਗੱਲਾਂ ਕਰਦੇ ਨੇ,
ਉਹ ਅਵਸਥਾ ਗੁਰਮਤਿ ਅਨੁਸਾਰ ਭਗਤੀ ਕਰਨ ਨਾਲ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ। ਉਹ ਤੇ ਇੰਨਾ ਜ਼ਿਆਦਾ ਜ਼ੋਰ ਲਾ ਬੈਠਦੇ ਨੇ, ਬੱਲੇ ਮੈਂ ਤੇ ਬੜਾ ਜ਼ੋਰ ਲਾਇਆ, ਲੱਖਾਂ ਬਰਖ ਲੱਖਾਂ ਸਾਲ ਹੋ ਗਏ, ਲੰਬੀਆਂ ਉਮਰਾਂ ਕਰ ਕਰ ਬੈਠਾ। ਪਰ ਗੁਰਸਿੱਖਾਂ ਨੂੰ ਜਪਜੀ ਸਾਹਿਬ ਦਾ ਪਾਠ ਕਰਦਿਆਂ ਜਾਂ ਮੂਲ ਮੰਤਰ ਦਾ ਅਭਿਆਸ ਕਰਦਿਆਂ, ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਸਹਿਜੇ ਹੀ ਖੰਡੇ ਖੜਕ ਜਾਂਦੇ ਨੇ, ਸਹਿਜੇ ਹੀ ਆਨੰਦਮਈ ਅਵਸਥਾ, ਸਿਮਰਨ ਦੀਆਂ ਅਵਸਥਾ ਹੋ ਜਾਂਦੀਆਂ ਸ਼ੁਰੂ। ਬੈਖਰੀ ਬਾਣੀ, ਮਧਮਾ ਪਸੰਤੀ ਪਰਾ, ਰੋਮ ਰੋਮ ਦਾ ਜਾਪ। ਉਹ ਤਾਂ ਜੇ ਤੁਰਾਂਗੇ ਤਾਂ ਹੈ ਨਾ, ਜੇ ਕਰਾਂਗੇ ਤਾਂ ਹੈ ਨਾ। ਜੇ ਬੈਠੇ ਹੱਸੀ ਜਾਓਗੇ ਵੀ ਇਹ ਗੱਲਾਂ ਕਿੱਥੋਂ ਹੋ ਸਕਦੀਆਂ। ਸੋ ਜਿਵੇਂ ਕੈਲੀਫੋਰਨੀਆ ਵਿੱਚ ਇੱਕ ਸਿੰਘ ਸੀ, ਉਹ ਕਹਿੰਦਾ ਮੈਂ ਪਹਿਲਾਂ ਇਹਨਾਂ ਗੱਲਾਂ ਨੂੰ ਮਖੌਲ ਹੀ ਸਮਝਦਾ, ਜਦੋਂ ਆਪਣੀ ਅਵਸਥਾ ਬਣੀ ਤਾਂ ਉਹ ਕਹਿੰਦਾ ਸੌਰੀ ਜੀ, ਮੈਂ ਤਾਂ ਪਹਿਲਾਂ ਤੁਹਾਨੂੰ ਮਖੌਲ ਹੀ ਸਮਝਦਾ ਸੀ ਵੀ ਇਹ ਕਿੱਡੀ ਗਪੌੜਾਂ ਛੱਡਦੇ ਨੇ ਵੀ ਪ੍ਰਕਾਸ਼ ਹੈ ਜੀ, ਆਹ ਜੀ ਆਹ। ਕਹਿੰਦੇ ਹੁਣ ਖੁਦ ਨੂੰ ਜਦੋਂ ਇਹ ਅਵਸਥਾ ਵਰਤੀ ਆ ਤਾਂ ਹੁਣ ਮੈਨੂੰ ਯਕੀਨ ਆਇਆ। ਇਸ ਕਰਕੇ ਸਾਧ ਸੰਗਤ ਕਰਨ ਦੇ ਨਾਲ, ਅਭਿਆਸ ਕਰਨ ਨਾਲ ਯਕੀਨ ਆਉਂਦਾ ਹੈ। ਗੱਲਾਂ ਬਾਤਾਂ ਦੇ ਨਾਲ ਪ੍ਰੀਤਮ ਦੇ ਦੇਸ਼ ਨਹੀਂ ਪਹੁੰਚਿਆ ਜਾ ਸਕਦਾ। ਉਹ ਮਿਲ ਕੇ ਅਭਿਆਸ ਕਰਦੇ ਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।